ਸਵਾਗਤ ਹੈ ਜੀ ਸਾਰਿਆਂ ਦਾ ਧਾਲੀਵਾਲ ਕਲਾਸਿਸ ਦੇ ਵਿੱਚ। ਉਸ ਦੇ ਵਿੱਚ ਮਾਸਟਰ ਕੇਡਰ ਪੰਜਾਬੀ ਦੀਆਂ ਜੋ ਕਲਾਸਾਂ ਚੱਲ ਰਹੀਆਂ ਨੇ ਜੀ, ਉਸ ਦੇ ਵਿੱਚ ਅੱਜ ਆਪਾਂ ਨਵਾਂ ਟੌਪਿਕ ਕਹਿ ਲਓ ਜੀ ਚੈਪਟਰ ਸ਼ੁਰੂ ਕਰ ਰਹੇ ਹਾਂ ਜੀ। ਉਸ ਦੇ ਵਿੱਚ ਗੁਰਮਤਿ ਕਾਵਿ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜੀ, ਉਹਨਾਂ ਦੀਆਂ ਰਚਨਾਵਾਂ ਦੇ ਬਾਰੇ, ਉਹਨਾਂ ਦਾ ਜੋ ਸਾਹਿਤ ਲਿਖਿਆ ਹੋਇਆ ਜੀ ਉਹਦੀ ਵਿਚਾਰ ਚਰਚਾ ਕਰਾਂਗੇ ਕਿ ਉਹਨਾਂ ਨੇ ਕਿਹੜੀਆਂ ਕਿਹੜੀਆਂ ਰਚਨਾਵਾਂ ਲਿਖੀਆਂ ਨੇ। ਉਹਨਾਂ ਦੀ ਵਿਚਾਰ ਚਰਚਾ ਅੱਜ ਦਾ ਆਪਣਾ ਵਿਸ਼ਾ ਹੋਏਗੀ ਸੀ। ਗੁਰੂ ਨਾਨਕ ਦੇਵ ਜੀ, ਉਹਨਾਂ ਦਾ ਜੀਵਨ ਕਾਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ, 1469 ਤੋਂ ਲੈ ਕੇ 1539 ਤੱਕ ਦਾ ਜੋ ਸਮਾਂ ਹੈਗਾ ਜੀ ਉਹਨਾਂ ਦਾ ਹੈਗਾ ਜੀ। ਅਤੇ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਜੀ ਸਾਰਿਆਂ ਨੂੰ ਪਤਾ ਹੈਗਾ ਜੀ, ਬਾਨੀ ਕਿਹਾ ਜਾਂਦਾ ਜੀ ਉਹਨਾਂ ਨੂੰ। ਅਤੇ ਉਹਨਾਂ ਦੀ ਮਹਾਨ ਸ਼ਖਸੀਅਤ ਦੀ ਆਪਾਂ ਗੱਲ ਕਰਦੇ ਹਾਂ ਜੀ। ਬੁੱਧੀਮਾਨ, ਫਿਲਾਸਫਰ, ਭਗਤ, ਕਵੀ, ਗਾਇਕ, ਆਗੂ, ਪੈਗੰਬਰ ਦੇ ਗੁਣਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਤਾਂ ਇਹ ਸਾਰੇ ਗੁਣ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ। ਬਲਵਾਨ, ਕਲਪਨਾ, ਮਧੁਰ, ਰਾਗ, ਅਥਾਹ ਜੋ ਗੱਲਬਾਤ ਨੇ ਜੀ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਅਨੁਭਵੀ, ਰਹੱਸ ਅਤੇ ਕਵਿਤਾ ਦੇ ਵਿਸ਼ੇਸ਼ ਅੰਸ਼ ਉਹਨਾਂ ਦੇ ਵੇਖਣ ਨੂੰ ਮਿਲਦੇ ਆ ਜੀ। ਮਨੁੱਖੀ ਆਚਰਣ ਨੂੰ ਅਧਿਆਤਮਿਕਤਾ ਦੀ ਉੱਚਤਾ ਦੀ ਗੱਲਬਾਤ ਕਰੀਏ ਜੀ, ਸਾਂਚੇ ਦੇ ਵਿੱਚ ਢਾਲ ਕੇ ਚੇਤਨਾ ਦੀ ਚੇਤਨਾ ਦੀ ਉਹਨਾਂ ਨੇ ਗੱਲਬਾਤ ਕਰਦੇ ਆ ਜੀ। ਚੇਤਨਾ ਦੇ ਵਿੱਚ ਨਿਖਾਰ ਲੈ ਕੇ ਆਉਂਦੇ ਆ। ਨਿਡਰ ਅਤੇ ਬਲਵਾਨ ਹੈ ਜੀ, ਉਹਨਾਂ ਨੂੰ ਬਣਾਇਆ। ਜਿਹੜੀਆਂ ਉਹਨਾਂ ਦੀ ਬਾਣੀ ਦੀ ਗੱਲਬਾਤ ਕਰਦੇ ਆ, ਕਈ ਵਾਰ ਜਦੋਂ ਉਹ ਮੁਗਲ ਬਾਦਸ਼ਾਹ ਦੀ ਗੱਲ ਕਰਦੇ ਆ ਤਾਂ ਉਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਆ। ਪ੍ਰਭੂ ਦੀ ਟੇਕ ਦੁਆਰਾ ਉਸ ਨੂੰ ਦੇਵੀ ਸ਼ਕਤੀ ਅਤੇ ਦੁਨੀਆਦਾਰ ਦੇ ਹਾਕਮਾਂ ਦੇ ਕਹਿ ਲਓ ਜੀ ਪਾਸ ਨਹੀਂ ਸੀਗੀ ਜੀ। ਜੋ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਜੀ, ਉਹਨਾਂ ਦੀ ਪ੍ਰਭੂਆਂ ਦੀ ਟੇਕ ਦੁਆਰਾ ਉਹਨਾਂ ਦੀ ਸ਼ਕਤੀ ਦਿੱਤੀ ਗਈ ਹੈ ਕਿ ਪਰਮਾਤਮਾ ਦੇ ਨਾਲ ਉਹਨਾਂ ਦੀ ਭਗਤੀ ਦੀ ਗੱਲਬਾਤ ਹੁੰਦੀ ਹੈ। ਅਤੇ ਦੁਨੀਆਦਾਰੀ ਦੇ ਹਾਕਮਾਂ ਦੇ ਕੋਲ ਜਦੋਂ ਆਪਾਂ ਉਸ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਉਹ ਗੁਣ ਹੋਰ ਕਿਸੇ ਕੋਲ ਨਹੀਂ ਸੀ ਜੋ ਸਿਰਫ ਉਹਨਾਂ ਕੋਲ ਸੀਗਾ। ਉਹਨਾਂ ਦਾ ਜਨਮ ਆਪਾਂ ਗੱਲ ਕਰਦੇ ਹਾਂ, ਵੰਡ ਦੇ ਪਿੱਛੋਂ ਆਪਾਂ ਗੱਲ ਕਰਦੇ ਹਾਂ ਜੀ, ਕਿਹੜਾ ਏਰੀਏ ਦੇ ਵਿੱਚ ਰਹਿ ਜਾਂਦਾ ਜੀ। ਪਾਕਿਸਤਾਨ ਦੇ ਵਿੱਚ ਜੋ ਸ਼ੇਖਪੁਰਾ ਜ਼ਿਲ੍ਹੇ ਦੇ ਵਿੱਚ ਪੈਂਦਾ ਰਾਏ ਭੋਏ ਦੀ ਤਲਵੰਡੀ ਜਿਹਦੀ ਆਪਾਂ ਗੱਲ ਕਰਦੇ ਹਾਂ। 15 ਅਪ੍ਰੈਲ 1469 ਨੂੰ ਹੋਇਆ ਅਤੇ ਇਸੇ ਉਹਨਾਂ ਦੀ ਯਾਦ ਦੇ ਵਿੱਚ ਨਗਰ ਦਾ ਨਾਂ ਨਨਕਾਣਾ ਸਾਹਿਬ ਪੈ ਗਿਆ ਜੀ। ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਜੀ। ਮੁੱਢ ਤੋਂ ਹੀ ਗੁਰੂ ਜੀ ਕਹਿ ਲਓ ਜੀ ਗੁਰੂ ਸਾਹਿਬ ਦੀ ਗੱਲਬਾਤ ਕਰਦੇ ਹਾਂ। ਨਿਰਲੇਪ ਤਵੀਤ ਦੇ ਸਨ, ਭਾਵ ਉਹਨਾਂ ਦੀ ਜਿਹੜਾ ਗੁਣ ਹੈ ਕਿ ਪਰਮਾਤਮਾ ਦੇ ਵਿੱਚ ਲੀਨ ਰਹਿਣ ਦੀ ਜੋ ਗੱਲਬਾਤ ਹੁੰਦੀ ਆ ਉਹ ਸ਼ੁਰੂ ਤੋਂ ਹੀ ਦੇਖਣ ਨੂੰ ਮਿਲਦੀ ਹੈ। ਉਹ ਸੰਸਾਰਕ ਜ਼ਿੰਮੇਵਾਰੀਆਂ ਤੋਂ ਕਹਿ ਦਿਓ ਮੁਨਕਰ ਨਹੀਂ ਹੁੰਦੇ ਸੀ। ਜਦੋਂ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਨੇ ਵਿਆਹ ਵੀ ਕਰਵਾਇਆ, ਹੋਰ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਵੇਖਣ ਨੂੰ ਮਿਲਦੀਆਂ ਉਹਨਾਂ ਨੇ ਨਿਭਾਈਆਂ ਨੇ। ਪਰ ਇਹਨਾਂ ਦੀ ਪੂਰਤੀ ਦੇ ਲਈ ਜੀਵਨ ਦਾ ਉਦੇਸ਼ ਮੰਨਣਾ ਉਹਨਾਂ ਨੂੰ ਬਚਪਨ ਤੋਂ ਹੀ ਨਹੀਂ ਸੀ ਪਾਉਂਦਾ। ਕਿ ਇਹ ਗੱਲ ਵੀ ਵੇਖਣ ਨੂੰ ਮਿਲਦੀ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਜ਼ਰੂਰ ਸੀ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਨਿਭਾਉਣ ਦੇ ਲਈ ਉਹ ਗੱਲ ਨਹੀਂ ਸੀ ਵੇਖਣ ਨੂੰ ਮਿਲਦੀ ਕਿ ਉਦੇਸ਼ ਨਹੀਂ ਸੀ ਕਿ ਵੀ ਟਾਰਗੇਟ ਹੀ ਬੰਦੇ ਦਾ ਉਹ ਹੋ ਜਾਏ ਕਿ ਦੁਨੀਆਦਾਰੀ ਹੀ ਚਲਾਉਣੀ ਹੈ। ਰਵਾਇਤੀ ਵਿੱਦਿਆ ਨੂੰ ਛੱਡ ਕੇ ਉਹਨਾਂ ਨੂੰ ਉਹ ਤੁੱਛ ਹੀ ਜਾਣਦੇ ਸਨ। ਪੱਟੀ ਨਾਮ ਦੀ ਉਹਨਾਂ ਦੀ ਰਚਨਾ ਤੋਂ ਭਲੀ ਭਾਂਤ ਪ੍ਰਤੱਖ ਹੁੰਦਾ ਗਿਆ। ਤਦ ਵੀ ਧਰਮਾਂ, ਅਧਿਆਤਮਤਾ, ਵੇਦਾਂ, ਸ਼ਾਸਤਰਾਂ, ਵਿਭਿੰਨ ਮਤਾਂ ਦੇ ਵਿੱਚ ਕਹਿ ਲਓ ਜੀ ਉਹਨਾਂ ਦੀ ਪਰਿਪੱਕਤਾ ਵੇਖਣ ਨੂੰ ਮਿਲਦੀ ਹੈ। ਉਹਨਾਂ ਦੀ ਭੈਣ ਦੇ ਨਾਨਕੀ ਹੈ ਜੀ, ਉਹਨਾਂ ਦੇ ਸਹੁਰੇ ਪਿੰਡ ਮੋਦੀਖਾਨੇ ਠੀਕ ਹੈ ਜੀ ਵਿੱਚ ਨੌਕਰੀ ਕਰਨ ਦਾ ਆਪਾਂ ਨੂੰ ਜ਼ਿਕਰ ਮਿਲਦਾ ਗਾ। ਉਹਨਾਂ ਦਾ ਵਿਆਹ ਬੀਬੀ ਸੁਲੱਖਣੀ ਦੇ ਨਾਲ ਹੁੰਦਾ ਜੀ ਅਤੇ ਉਹਨਾਂ ਦੇ 2 ਬੇਟੇ ਹੁੰਦੇ ਨੇ ਜੀ, ਸ਼੍ਰੀ ਚੰਦ ਅਤੇ ਲక్ష్ਮੀ ਦਾਸ ਜੀ। ਇਹ ਖਾਸ ਨੋਟ ਕਰ ਲਿਓ ਜੀ, ਬਸ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਏਗਾ ਜੀ ਇਹਨਾਂ ਦੇ ਬਾਰੇ, ਜੀਵਨ ਦੇ ਬਾਰੇ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਹ ਰੁਝੇਵਿਆਂ, ਬੰਧਨਾਂ ਦੀ ਗੱਲਬਾਤ ਹੁੰਦੀ ਹੈ। ਜੁੜੀਆਂ ਜ਼ਿੰਮੇਵਾਰੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਮੁੱਖ ਉਦੇਸ਼ ਨਹੀਂ ਸੀ, ਜਿਹਦੀ ਆਪਾਂ ਗੱਲ ਕਰ ਚੁੱਕੇ ਹਾਂ। ਉਹਨਾਂ ਤੋਂ ਭਲੀ ਭਾਂਤ ਜਿਹੜੀ ਉਹਨਾਂ ਦਾ ਮੁੱਖ ਉਦੇਸ਼ ਸੀਗਾ ਉਹਦੀ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਕਿ ਉਹਨਾਂ ਦਾ ਮੁੱਖ ਉਦੇਸ਼ ਸੀਗਾ ਕਿ ਜੋ ਭੁੱਲੀ ਭਟਕੀ ਕੁਰਾਹੇ ਪਈ ਹੋਈ ਹੈ ਠੀਕ ਹੈ ਜੀ, ਦੇਸ਼ ਰਾਜਿਆਂ ਦੀ ਗੱਲਬਾਤ ਕਰਦੇ ਆ। ਜ਼ਬਰ ਵਿਰੁੱਧ ਹੋ ਰਿਹਾ ਜੀ, ਵਿਦੇਸ਼ੀ ਜਰਵਾਣਿਆਂ ਦਾ ਜੋ ਜ਼ਬਰ ਵਿਰੁੱਧ ਤੋਂ ਆਕਰ ਹੋਈ ਜਿਹੜੀ ਲੁਕਾਈ ਨੂੰ ਸੱਚਮੁੱਚ ਦਾ ਸੱਚ ਦਾ ਮਾਰਗ ਦਿਖਾਉਣਾ ਚਾਹੁੰਦੇ ਸੀ।
ਉਹ ਲੋਕਾਂ ਦੀ ਗੱਲਬਾਤ ਕਰਦੇ ਆ ਜਿਹੜੇ ਭੁੱਲੇ ਭਟਕੇ ਸੀ, ਪਰਮਾਤਮਾ ਦੇ ਰਾਹ ਤੋਂ ਵੱਖ ਹੋ ਚੁੱਕੇ ਆ। ਰਾਜਿਆਂ ਦੀ ਗੱਲ ਕਰਦੇ ਆ, ਕਰਾਹੇ ਪਏ ਹੋਏ ਨੇ ਜੀ, ਉਹਨਾਂ ਦੀ ਗੱਲ ਕਰਦੇ ਆ। ਵਿਦੇਸ਼ੀ ਜਰਬਾਣਿਆਂ ਦੇ ਭਾਵ ਵਿਦੇਸ਼ੀ ਹਮਲਾਵਰਾਂ ਦੀ ਗੱਲ ਹੁੰਦੀ ਹੈ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ। ਪ੍ਰਯਾਸ ਆਪਾਂ ਗੱਲ ਕਰਦੇ ਹਾਂ ਜੀ, ਪੂਰਤੀ ਦੇ ਲਈ ਸੰਸਾਰ ਦੇ ਰਟਣ ਭਾਵ ਸੰਸਾਰ ਨੂੰ ਤਾਰਨ ਦੇ ਵੱਲ ਉਹ ਤੁਰ ਪੈਂਦੇ ਆ। ਇਸੇ ਲਈ ਉਹ ਉੱਤਰ, ਪੂਰਬ, ਪੱਛਮ ਅਤੇ ਦੱਖਣ ਦੀਆਂ ਦਿਸ਼ਾਵਾਂ, ਚਾਰੇ ਦਿਸ਼ਾਵਾਂ ਦੇ ਵਿੱਚ ਦੂਰ ਦੂਰ ਤੱਕ ਦਾ ਉਹ ਕਹਿ ਲਓ ਜੀ ਯਾਤਰਾਵਾਂ ਕਰਦੇ ਆ। ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਗੁਰੂ ਸਾਹਿਬ ਦੀਆਂ 4 ਉਦਾਸੀਆਂ ਇਸੇ ਕਰਕੇ 4 ਦਿਸ਼ਾਵਾਂ ਦੇ ਵਿੱਚ ਗਏ ਆ ਜੀ। ਉਹਨਾਂ ਨੂੰ ਆਪਾਂ ਸਿੱਖ ਸੰਗਤਾਂ ਦੇ ਵੱਲੋਂ ਗੁਰੂ ਸਾਹਿਬ ਨੂੰ ਦੀਆਂ ਇਹਨਾਂ ਚਾਰੇ ਦਿਸ਼ਾਵਾਂ ਦੇ ਵਿੱਚ ਜਾਣਾ ਨੂੰ 4 ਉਦਾਸੀਆਂ ਬੋਲਿਆ ਜਾਂਦਾ ਜੀ। ਉਹਨਾਂ ਦੇ ਉਦਾਸੀਆਂ ਦੇ ਦੌਰਾਨ ਉਹਨਾਂ ਨੇ ਕਹਿ ਲਓ ਜੀ ਬਹੁਤ ਜ਼ਿਆਦਾ ਜੋ ਅਨੁਭਵ ਕੀਤੇ ਨੇ ਜੀ। ਉਹਨਾਂ ਨੂੰ ਕਾਹਦੇ ਵਿੱਚ ਉਹਨਾਂ ਦੇ ਵੱਖ-ਵੱਖ ਯੋਗੀਆਂ, ਨਾਥਾਂ, ਬ੍ਰਾਹਮਣਾਂ, ਮੌਲਵੀਆਂ, ਬੋਧੀਆਂ, ਜੈਨੀਆਂ, ਤਵੀਆਂ ਦੇ ਨਾਲ ਉਹਨਾਂ ਦੇ ਸੰਵਾਦ ਚੱਲੇ ਨੇ ਅਤੇ ਉਹਨਾਂ ਨੂੰ ਭਰਪੂਰ ਕਹਿ ਲਓ ਜੀ ਵਿਰੇਚਨ, ਸਿੱਧ ਗੋਸ਼ਟ ਆਦਿ ਰਚਨਾਵਾਂ ਵਿੱਚ ਦਰਜ ਕੀਤਾ ਗਾ। ਗੁਰੂ ਸਾਹਿਬ ਨੇ ਜੀ ਕਹਿ ਲਓ ਜੀ ਇਸ ਸਮੇਂ ਦੇ ਦੌਰਾਨ ਜਿਹੜੀਆਂ 4 ਉਦਾਸੀਆਂ ਕੀਤੀਆਂ, ਇਸ ਸਮੇਂ ਦੇ ਦੌਰਾਨ ਵੱਖ-ਵੱਖ ਕਹਿ ਲਈਏ ਜੀ ਯੋਗੀਆਂ, ਨਾਥਾਂ, ਪੀਰਾਂ, ਫਕੀਰਾਂ ਦੇ ਨਾਲ, ਠੀਕ ਹੈ ਜੀ, ਵੱਖ-ਵੱਖ ਧਰਮ ਦੇ ਜੋ ਹੋਏ ਨੇ ਜੀ, ਉਹਨਾਂ ਦੇ ਨਾਲ ਜੋ ਗੱਲਬਾਤ ਹੁੰਦੀ ਹੈ, ਸੰਵਾਦ ਹੁੰਦੀ ਹੈ, ਉਹਨੂੰ ਆਪਦੀ ਜਿਹੜੀ ਹੈਗੀ ਹੈ ਰਚਨਾ ਸਿੱਧ ਗੋਸ਼ਟ ਦੇ ਰਾਹੀਂ ਪੇਸ਼ ਕੀਤਾ। ਉਹਦੇ ਵਿੱਚ ਆਪਣੇ ਜੋ ਵਿਚਾਰ ਨੇ ਜੀ ਉਹਨਾਂ ਨੂੰ ਪੇਸ਼ ਕੀਤਾ। ਗੁਰੂ ਜੀ ਦਾ ਸਾਹਿਤਕ ਗੁਣਾਤਮਕ ਆਪਾਂ ਗੱਲ ਕਰੀਏ ਜੀ, ਸਾਹਿਤਮਕ, ਗੁਣਾਤਮਕ ਅਤੇ ਗੁਣਾਤਮਕ ਗੁਣਾਂ ਦੇ ਪੱਖ ਤੋਂ, ਅਤੇ ਆਪਾਂ ਗੱਲ ਕਰੀਏ ਜੀ ਦੋਹਾਂ ਦੀ ਗੱਲਬਾਤ ਕਰਦੇ ਹਾਂ ਗਿਣਤੀ ਦੇ ਪੱਖ ਤੋਂ। ਆਪਾਂ ਖਾਸ ਤੌਰ 'ਤੇ ਆਪਾਂ ਗੱਲ ਕਰੀਏ ਤਾਂ ਜੋ ਮਿਸਟਰ ਐਫ ਜੋ ਪਿਨਕਾਟ ਹੋਇਆ ਸੀ, ਠੀਕ ਹੈ ਜੀ, ਉਹਨਾਂ ਦੇ ਅਨੁਸਾਰ ਆਪ ਜੀ ਦੀ ਆਦਿ ਗ੍ਰੰਥ ਵਿੱਚ ਦਰਜ ਬਾਣੀ ਦੇ ਆਪਾਂ ਗੱਲਬਾਤ ਕਰਦੇ ਹਾਂ ਜਦੋਂ 2949 ਬੰਦ ਹੈ। ਹੁਣ ਇਹ ਕਿਹਦੇ ਅਨੁਸਾਰ ਹੈ ਜੀ, ਨੋਟ ਕਰ ਲਿਓ ਹੁਣ, ਠੀਕ ਹੈ ਜੀ। ਜੋ ਮਿਸਟਰ ਐਫ ਪਿਨਕਾਟ ਹੈ ਉਸ ਦੇ ਅਨੁਸਾਰ ਗੁਰੂ ਅਰਜਨ ਦੇਵ ਜੀ ਤੋਂ ਛੁੱਟ ਇਸ ਸਾਂਚੇ ਦੇ ਸਾਰੇ ਲੇਖਕਾਂ ਨੇ ਬਾਣੀ ਸਭ ਤੋਂ ਵੱਧ ਰਚੀ ਹੈ। ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਜੀ, ਸਿਰਫ ਜਿਹੜੇ ਇੰਨੇ ਬੰਦ ਨੇ ਜੀ, ਇਹ ਸਿਰਫ ਗੁਰੂ ਅਰਜਨ ਦੇਵ ਜੀ ਦੇ ਇਹ ਨੇੜੇ ਜਾਂਦੇ ਆ ਜੀ। ਉਸ ਤੋਂ ਇਲਾਵਾ ਦੂਜੇ ਗੁਰੂਆਂ ਦੀ ਬਾਣੀ ਹੈ ਜਿਹੜੀ ਇੰਨੀ ਜ਼ਿਆਦਾ ਬੰਦਾਂ ਦੇ ਵਿੱਚ ਨਹੀਂ ਲਿਖਣ ਨੂੰ ਆਪਾਂ ਨੂੰ ਮਿਲਦੀ। ਗੁਰੂ ਸਾਹਿਬ ਦੀ ਜੋ ਬਾਣੀ ਆ ਜੀ, ਉਹਨਾਂ ਦੀ ਬਾਣੀ ਕਿਹੜੀ ਆ, ਉਹਦੀ ਥੋੜ੍ਹੀ ਜਿਹੀ ਵਿਚਾਰ ਚਰਚਾ ਕਰਦੇ ਹਾਂ ਕਿ ਉਹਨਾਂ ਦੇ ਨਾਮ ਕੀ ਨੇ ਜੀ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਸਭ ਤੋਂ ਜ਼ਿਆਦਾ ਆਪਾਂ ਗੱਲ ਕਰੀਏ ਪਹਿਲਾਂ ਜੀ ਜਪਜੀ ਸਾਹਿਬ, ਸਿੱਧ ਗੋਸ਼ਟ, ਰਾਗ ਆਸਾ ਭੱਟੀ, 3 ਵਾਰਾਂ ਨੇ ਜੀ ਉਹਨਾਂ ਦੀਆਂ, ਆਸਾ, ਮਾਝ ਅਤੇ ਮਲਾਰ ਦੀ, ਇਹ ਉਹਨਾਂ ਦੀਆਂ ਰਚਨਾਵਾਂ ਨੇ। ਉਸ ਤੋਂ ਬਾਅਦ ਰਾਜ ਤੁਖਾਰੀ ਦੀ ਗੱਲ ਹੁੰਦੀ ਹੈ ਜੀ, ਇਹਦੇ ਵਿੱਚ ਕਿਹੜਾ ਲਿਖਿਆ, 12 ਮਾਹ ਦੀ ਗੱਲ ਹੁੰਦੀ ਹੈ, 16, ਠੀਕ ਹੈ ਜੀ, ਪਹਿਰੇ, ਪੰਜਾਰੇ ਦੀ ਗੱਲਬਾਤ ਹੁੰਦੀ ਹੈ, ਅਲਾਉਣੀਆਂ ਨੇ, ਬਾਬਰ ਬਾਣੀ ਦੀ ਹੁੰਦੀ ਹੈ ਜੀ, ਸ਼ਬਦ ਉਹਨਾਂ ਦੁਆਰਾ ਲਿਖੇ ਨੇ ਜੀ, ਅਸ਼ਟਪਦੀਆਂ ਦੀ ਗੱਲ ਹੁੰਦੀ ਹੈ, ਛੰਦ ਦੀ ਗੱਲ ਹੁੰਦੀ ਹੈ, ਸ਼ੰਤ ਦੀ ਗੱਲ ਹੁੰਦੀ ਹੈ, ਰੇਖਤਾ ਦੀ ਗੱਲ ਹੁੰਦੀ ਹੈ ਅਤੇ ਸਲੋਕਾਂ ਦੀ ਗੱਲ ਹੁੰਦੀ ਹੈ ਜੀ। ਜੋ ਉਹਨਾਂ ਦੀਆਂ ਰਚਨਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ, ਉਹਨਾਂ ਦੇ ਆਧਾਰ 'ਤੇ ਆਪਾਂ ਇਹ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਖਾਸ ਤੌਰ 'ਤੇ ਨੋਟ ਕਰ ਲਿਓ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ 31 ਰਾਗਾਂ ਦੇ ਵਿੱਚ ਬਾਣੀ ਜੋ ਲਿਖੀ ਗਈ ਆ, ਉਹਨਾਂ ਦੇ ਵਿੱਚੋਂ ਗੁਰੂ ਸਾਹਿਬ ਨੇ 19 ਰਾਗਾਂ ਦੇ ਵਿੱਚ ਬਾਣੀ ਲਿਖੀ ਹੈ। ਗੁਰੂ ਸਾਹਿਬ ਪਹਿਲੇ ਪੰਜਾਬੀ ਕਵੀ ਹੋਏ ਨੇ ਜੋ ਇੰਨੇ ਰਾਗਾਂ ਦੇ ਵਿੱਚ ਅਲੱਗ-ਅਲੱਗ ਕਾਵਿ ਰੂਪਾਂ ਦੇ ਵਿੱਚ, ਛੰਦਾਂ ਦੇ ਵਿੱਚ ਜਿਹੜੀ ਹੈਗੀ ਆ ਬਾਣੀ ਨੂੰ ਰਚਿਆ ਗਾ। ਉਸ ਤੋਂ ਆਪਾਂ ਬਾਅਦ ਗੱਲ ਕਰੀਏ ਜੀ ਇਹਨਾਂ ਦੇ ਵਿੱਚੋਂ ਕੁਝ ਜੋ ਆਪਾਂ ਕਰੀਏ ਸੰਸਕ੍ਰਿਤ ਵਿੱਚੋਂ ਵੀ ਲਏ ਆ ਜੀ, ਕੁਝ ਫਾਰਸੀ ਦੇ ਵਿੱਚੋਂ ਵੀ ਲਏ ਨੇ, ਬਾਕੀ ਪੰਜਾਬੀ ਦੇ ਆਪਣੇ ਨੇ ਜੀ। ਇਸੇ ਕਰਕੇ ਵਿਸ਼ੇਸ਼ ਕਰਕੇ ਲੋਕ ਗੀਤਾਂ ਵਿੱਚੋਂ ਲਏ ਗਏ ਹਨ ਜੀ। ਉਹਨਾਂ ਦਾ ਰਚਨਾ ਆਪਾਂ ਗੱਲ ਕਰਦੇ ਹਾਂ ਜੀ, ਲੋਕ ਗੀਤਾਂ ਦੇ ਵਿੱਚੋਂ ਜੋ ਕੁਛ ਲੈ ਗਏ ਆ ਜੀ, ਉਹਨਾਂ ਦੀ ਗੱਲਬਾਤ ਹੁੰਦੀ ਹੈ ਕਿੱਥੋਂ ਲੈ ਗਏ, ਫਾਰਸੀ, ਪੰਜਾਬੀ, ਸੰਸਕ੍ਰਿਤ ਦੇ ਵਿੱਚੋਂ ਅਤੇ ਲੋਕ ਗੀਤਾਂ ਵਿੱਚੋਂ ਇਹ ਸਾਰੇ ਲਏ ਗਏ ਨੇ ਜੀ। ਅਤੇ ਉਹਨਾਂ ਦੀ ਵੱਖ-ਵੱਖ ਰਾਗ ਨੇ, ਇਹਨਾਂ ਦੇ ਵਿੱਚੋਂ ਉਹਨਾਂ ਦੀ ਬਾਣੀ ਦੀ ਗੱਲਬਾਤ ਹੁੰਦੀ ਹੈ ਜੀ ਕਿੱਥੋਂ ਲਈ ਗਈ ਹੈ। ਰਚਨਾ ਦੇ ਵਿੱਚ ਜੋ ਆਪਾਂ ਰਾਗਾਂ ਦੀ ਗੱਲ ਕੀਤੀ ਹੈ, ਸੰਦਾਂ ਦੇ ਆਪਾਂ ਗੱਲ ਕਰਦੇ ਹਾਂ, ਸੰਦਾਂ ਦੇ ਅਨੁਸਾਰ ਹੋਣਾ, ਭਾਸ਼ਾ ਦੀ ਜੋ ਪ੍ਰਮਾਣਿਕਤਾ, ਇਸ ਰਚਨਾ ਨੂੰ ਆਪਾਂ ਕਹਿ ਲਈਏ ਜੀ ਸਾਹਿਤ ਦੀ ਕਲਾਸੀਕਲ ਨਮੂਨਾ ਦੀ ਪਾਲ ਵਿੱਚ ਲੈ ਜਾਂਦੀ ਹੈ। ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਇਹਨਾਂ ਦੀ ਰਚਨਾ ਹੈਗੀ ਹੈ, ਉਹਨਾਂ ਦੀ ਭਾਸ਼ਾ, ਛੰਦ, ਹੋਰ ਚੀਜ਼ਾਂ ਵਰਤੀਆਂ ਨੇ, ਉਹਨਾਂ ਦੀ ਕਹਿ ਲਓ ਜੀ ਇੱਕ ਉੱਚ ਦਰਜੇ ਦੀ ਬਾਣੀ ਰਚਨਾ ਬਣਾ ਦਿੰਦੀ ਹੈ।
ਪਰ ਇਹਨਾਂ ਦੀ ਪ੍ਰਮਾਣਿਕਤਾ ਨਿਰੀ ਰਵਾਇਤੀ ਤੇ ਰੂਪਕ ਨਹੀਂ ਹੈ। ਤਕਨੀਕੀ ਬੰਧਨਾਂ ਦੇ ਜਕੜ ਵਿੱਚ ਫਸ ਕੇ ਰਾਗ ਤੇ ਭਾਵ ਦਾ ਗਲਾ ਨਹੀਂ ਘੁੱਟਦੀ। ਭਾਵ ਉਹਨਾਂ ਦੇ ਵਿੱਚ ਹਰ ਇੱਕ ਚੀਜ਼ ਅਲੱਗ-ਅਲੱਗ ਹੈ, ਵੇਖਣ ਨੂੰ ਮਿਲਦੀ ਹੈ। ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਮਿਕਸਅਪ ਨਹੀਂ ਹੁੰਦੀ, ਸਗੋਂ ਕਵਿਤਾ ਨੂੰ ਹਰ ਪ੍ਰਕਾਰ ਦੀ ਖੁੱਲ੍ਹ ਅਤੇ ਉਦਾਰਤਾ ਬਖਸ਼ੀ ਹੈ। ਗੁਰੂ ਸਾਹਿਬ ਦੀ ਉੱਚ ਕਲਪਨਾ, ਦਿਵ ਦ੍ਰਿਸ਼ਟੀ, ਪ੍ਰਭੂ ਦਾ ਨਾਮ ਦਾ ਰਹੱਸ ਅਨੁਭਵ ਤੋਂ ਕਾਦਰ ਦੀ ਕੁਦਰਤ ਦੇ ਜੋ ਵਿਸਮਾਦੀ ਚਮਤਕਾਰ ਨੇ ਆਪ ਜੀ ਦੀ ਰਚਨਾ ਵਿੱਚ ਰੋਮਾਂਟਿਕ ਅੰਸ਼ਾਂ ਨੂੰ ਭਰਦਾ ਹੈ, ਪਰੰਤੂ ਨਾ ਹੀ ਅਧਿਆਤਮਕ ਅਤੇ ਨਾ ਹੀ ਰੋਮਾਂਸ ਤੋਂ ਦੂਰ ਜਾਂਦਾ ਹੈ। ਉਸ ਦੀਆਂ ਜੜ੍ਹਾਂ ਆਮ ਜੀਵਨ ਵਿੱਚ ਹੀ ਹਨ। ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਬਾਣੀ ਦੀਆਂ ਜੋ ਜੜ੍ਹਾਂ ਨੇ ਜੀ ਆਮ ਜੀਵਨ ਦੀਆਂ ਜਿਹੜੀਆਂ ਹੈਗੀਆਂ ਨੇ ਪੇਸ਼ ਹੁੰਦੀਆਂ ਨੇ। ਇਹ ਰੋਮਾਂਸ ਅਪਸਾਰੀ ਨਹੀਂ ਹੈ, ਉਸਾਰੂ ਹੈ, ਜੋ ਸਿਰਜਣਹਾਰ ਦੀ ਹੈ। ਸੀ ਉਹਦੇ ਬਾਰੇ ਗੱਲਬਾਤ ਹੁੰਦੀ ਹੈ ਕਿ ਇਹਨਾਂ ਦੀ ਜੋ ਰਚਨਾ ਦੇ ਵਿੱਚ ਉਸਾਰੂ ਗੱਲਾਂ ਕੀਤੀਆਂ ਵੇਖਣ ਨੂੰ ਮਿਲਦੀਆਂ ਨੇ ਜੀ। ਗੱਲਬਾਤ ਕਰੀਏ ਜੀ ਪ੍ਰਕਿਰਤੀ ਦੇ ਨਾਲ ਪਾਣੀ ਦੀ ਜੋ ਦਿਲਚਸਪੀ ਜੁੜੀ ਗਈ ਹੈ, ਰਹੱਸ ਅਤੇ ਰੋਮਾਂਸ ਦੇ ਜੀਵਨ ਨਿਕਟ ਹੋਣ ਉਪਰੰਤ ਜੋ ਕਹਿ ਲਈਏ ਨਿਸ਼ਚੇ ਦਾਇਕ ਵੀ ਹੈ, ਉਹਦੀ ਗੱਲਬਾਤ ਕਰਦੇ ਨੇ ਜੀ। ਰਹੱਸ ਦੀ ਰੋਮਾਂਸ ਦੇ ਜੀਵਨ ਦੇ ਨਿਕਟ ਹੋਣ ਦੇ ਉਪਰੰਤ ਜੋ ਨਿਸ਼ਚੇਦਾਇਕ ਵੀ ਹੈ ਕਿ ਇੱਕ ਨਿਸ਼ਚਾ ਦਿੱਤਾ ਗਿਆ ਕਿ ਇਨਸਾਨ ਨੇ ਕੀ ਕਰਨਾ, ਉਹਦੇ ਜੀਵਨ ਦੇ ਵਿਵੇਕ ਵੀ ਹੈ, ਦਾਰਸ਼ਨਿਕ ਗੰਭੀਰਤਾ ਵੀ ਹੈ, ਬੌਧਿਕ ਚਮਤਕਾਰੇ ਵੀ ਆਪਾਂ ਗੱਲ ਕਰਦੇ ਨੇ ਜੀ। ਰਚਨਾ ਵਿੱਚ ਥਾਂ ਥਾਂ ਵੇਖਣ ਨੂੰ ਮਿਲਦੇ ਨੇ ਜੀ। ਉਹਨਾਂ ਦੀ ਰਚਨਾ ਦੇ ਵਿੱਚ ਆਪ ਜੀ ਦੀ ਸਾਰੀ ਦੀ ਬਾਣੀ ਹੇਠ ਲਿਖੇ ਜੀ 3 ਦਾਰਸ਼ਨਿਕ ਸਿਧਾਂਤ ਵੇਖਣ ਨੂੰ ਮਿਲਦੇ ਨੇ ਜੀ। ਆਪ ਦੇ ਕਹਿ ਲਓ ਜੀ ਸਪਸ਼ਟ ਨਿਸ਼ਚਾ ਆਪਾਂ ਗੱਲ ਕਰੀਏ ਜੀ, ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ। 3 ਸਿਧਾਂਤਾਂ ਦੇ ਵਿੱਚ ਆਪਾਂ ਦਾਰਸ਼ਨਿਕ ਜੋ ਵਿਚਾਰ ਨੇ ਜੀ ਉਹ ਵੇਖਣ ਨੂੰ ਮਿਲਦੇ ਨੇ। ਉਹ ਉੱਦਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ। ਕਿਹੜੇ ਕਿਹੜੇ ਨੇ ਜੀ? ਇਹ 3 ਨੇ ਜੀ, ਇਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਜੀ। ਇਹ ਤਿੰਨੇ ਕਹਿ ਲਓ ਜੀ ਪੱਖ ਮਾਨਵ ਸਮਾਜ ਦੀ ਆਦਿ ਕਾਲ ਤੋਂ ਜਗਿਆਸਾ ਰਹੇ ਨੇ ਜੀ। ਇਹ ਤਿੰਨਾਂ ਪੱਖਾਂ ਦੀ ਗੱਲ ਕਰੀਏ ਜੀ, ਇਹ ਕਿਹੜੇ ਕਿਹੜੇ ਨੇ ਜੀ? ਮਨੁੱਖ ਨੇ ਗੱਲਬਾਤ ਕਰੀਏ ਜਦੋਂ ਬਣਿਆ ਉਦੋਂ ਤੋਂ ਲੈ ਕੇ ਜੀ ਗੱਲ ਕਰਦੇ ਆ, ਉਹਦੀ ਜਗਿਆਸਾ ਰਹੀ ਹੈ। ਹਰ ਧਾਰਮਿਕ ਆਗੂ ਨੇ ਆਪਣੀ ਸਮਝ ਅਤੇ ਆਪਣੇ ਕਹਿ ਲਓ ਜੀ ਅਨੁਭਵ ਅਤੇ ਪ੍ਰਤਿਭਾ ਦੇ ਦੁਆਰਾ ਇਹਨਾਂ ਪ੍ਰਸ਼ਨਾਂ ਦੇ ਜਿਹੜੇ ਮੂਲ ਪ੍ਰਸ਼ਨਾਂ ਦੇ ਉੱਤਰ ਦੇਣ ਜਾਂ ਲੱਭਣ ਦਾ ਯਤਨ ਕੀਤਾ। ਇਹ 3 ਪੱਖਾਂ ਦੀ ਆਪਾਂ ਗੱਲ ਕਰਦੇ ਹਾਂ ਜੀ। ਪਹਿਲਾ ਪੱਖ ਹੈ ਜੀ, ਇਸ ਸਮਾਜ ਦੇ ਵਿੱਚ ਜੋ ਦਾਰਸ਼ਨਿਕ ਸਿਧਾਂਤਾਂ ਦੀ ਆਪਾਂ ਗੱਲ ਕਰਦੇ ਹਾਂ ਜੀ। ਪਹਿਲਾ ਸਿਧਾਂਤ ਹੈਗਾ ਜੀ, ਇਹ ਸਮਾਜ ਵਿੱਚ ਰਹਿੰਦਿਆਂ ਸਦਾਚਾਰਕ ਅਤੇ ਭਾਈਚਾਰਕ ਪੱਖਾਂ ਤੋਂ ਆਦਰਸ਼ਿਕ ਜੀਵਨ ਜਿਉਣ ਦੀ ਜਾਂਚ ਜੀ। ਇਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਸਮਾਜ ਦੇ ਵਿੱਚ ਰਹਿਣਾ, ਸਮਾਜ ਦੀ ਜੋ ਜ਼ਿੰਮੇਵਾਰੀਆਂ ਨੇ ਉਹ ਨਿਭਾਉਣੀਆਂ ਨੇ, ਪਰ ਨਾਲ ਦੀ ਨਾਲ ਕੀ ਹੈ ਜਿਹੜੀ ਜੀਵਨ ਦੀ ਜੋ ਜਾਂਚ ਹੈ ਜੀ ਉਹਦੀ ਗੱਲਬਾਤ ਕਰਦੇ ਨੇ। ਆਦਰਸ਼ਿਕ ਹੋਵੇ, ਲੋਕਾਂ ਲਈ ਪ੍ਰੇਰਨਾ ਬਣੇ। ਆਤਮਾ ਅਤੇ ਪਰਮਾਤਮਾ ਦੇ ਸੰਬੰਧ ਦੀ ਗੱਲਬਾਤ ਕਰਦੇ ਨੇ ਜੀ। ਬਾਕੀ ਕਵੀ ਵੀ ਕਰਦੇ ਨੇ, ਪਰ ਉਸ ਨੂੰ ਪਰਮ ਸੱਚ ਦੀ ਭਾਲ ਬਣਾਉਣਾ ਜੀ। ਉਹ ਕਹਿੰਦੇ ਜੀ ਪਰਮਾਤਮਾ ਦੀ ਗੱਲ ਕਰਨੀ ਹੈ ਆਪਾਂ, ਅਤੇ ਨਾਲ ਉਹਨੂੰ ਜੋ ਪਰਮ ਸੱਚ ਹੈ ਕਿ ਪਰਮਾਤਮਾ ਦੀ ਗੱਲਬਾਤ ਹੋ ਰਹੀ ਹੈ ਕਿ ਉਹ ਸਾਰਾ ਕੁਛ ਹੀ ਉਸ ਦੀ ਗੱਲਬਾਤ ਕਰਦੇ ਨੇ। ਸ੍ਰਿਸ਼ਟੀ ਦੀ ਰਚਨਾ ਅਤੇ ਵਿਸ਼ਵ ਦੇ ਇਸ ਪ੍ਰਸਾਰੇ ਦੇ ਨਾਲ ਸੰਬੰਧ ਰਹੱਸ ਦੀ ਗੱਲਬਾਤ ਕਰਨਾ ਕਿ ਇਸ ਸ੍ਰਿਸ਼ਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕਿਵੇਂ ਕਿਵੇਂ ਬਣੀਆਂ ਨੇ, ਪਰਮਾਤਮਾ ਨੇ ਸਾਰਾ ਕੁਛ ਰਚਿਆ, ਉਸ ਦੀ ਗੱਲਬਾਤ ਜਿਹੜੀ ਹੈਗੀ ਹੈ ਹੁੰਦੀ ਹੈ ਜੀ। ਇਹ ਚੀਜ਼ਾਂ ਨੇ ਕੁਛ 3 ਸਿਧਾਂਤਿਕ ਦੀ ਆਪਾਂ ਜੋ ਦਾਰਸ਼ਨਿਕ ਸਿਧਾਂਤ ਨੇ ਉਹਨਾਂ ਦੀ ਗੱਲ ਕੀਤੀ ਹੈ ਜੀ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਕਹਿ ਲਓ ਜੀ ਉਪਰੋਕਤ ਤਿੰਨੇ ਜੋ ਪੱਖ ਨੇ ਜੀ ਭਰਪੂਰ ਚਾਨਣਾ ਪਾਇਆ। ਵਿਸ਼ੇਸ਼ ਤੌਰ 'ਤੇ ਆਸਾ ਦੀ ਵਾਰ, ਜਪਜੀ ਸਾਹਿਬ ਦੀ ਆਪਾਂ ਗੱਲ ਕਰੀਏ ਅਤੇ ਸਿੱਧ ਗੋਸ਼ਟ ਜੋ ਬਾਣੀਆਂ ਨੇ ਜੀ ਉਹਨਾਂ ਦੇ ਵਿੱਚ ਇਸ ਦੇ ਪ੍ਰਮਾਣ ਵੇਖਣ ਨੂੰ ਮਿਲਦੇ ਨੇ। ਜੀਵਨ ਦੇ ਵਿੱਚ ਕਹਿ ਲਓ ਜੀ ਵਿੱਚ ਵਿਸ਼ਾਲ ਅਤੇ ਬਹੁ ਪੱਖੀ ਤਜਰਬਾ ਪ੍ਰਾਪਤ ਕਰਕੇ ਜੀ ਸਮਕਾਲੀ ਅਤੇ ਪੂਰਵਕਾਲੀ ਭਾਸ਼ਾਵਾਂ ਦੇ ਸਾਹਿਤ ਦੀ ਆਪਾਂ ਗੱਲ ਕਰਦੇ ਹਾਂ। ਫਿਲਾਸਫੀ ਦੇ ਨਾਲ ਪੂਰੀ ਜਾਣਕਾਰੀ ਦੇ ਕਾਰਨ ਅੱਡ ਦੇਸ਼ਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ। ਉਹਨਾਂ ਨੇ ਯਾਤਰਾ ਕੀਤੀ ਹੈ ਨਾ ਜੀ, ਉਹਨਾਂ ਦੇ ਧਰਮਾਂ ਦਾ ਅਧਿਐਨ ਉੱਗੇ ਜੋ ਲੋਕਾਂ ਦੇ ਨਾਲ ਮੇਲ ਹੁੰਦਾ ਜੀ, ਉਹਨਾਂ ਦੇ ਮੇਲ ਜੋਲ ਹੁੰਦਾ। ਜੀਵਨ ਦੇ ਚਿਗਿਰਦੇ ਦੇ ਬਰੀਕ ਤੱਕਣੀ ਗੁਰੂ ਸਾਹਿਬ ਦੇ ਜੋ ਆਦਰਸ਼ਕ ਸੁਪਨਿਆਂ ਦੇ ਇਸ ਸੰਸਾਰ ਨੂੰ ਆਤਮਿਕ ਮੰਡਲ ਵਿੱਚ ਪਰਤ ਦੇਣ ਦੀ ਆਪਾਂ ਗੱਲ ਕਰਦੇ ਹਾਂ ਜੀ, ਉਹ ਵੇਖਣ ਨੂੰ ਮਿਲਦਾ ਜੀ। ਸਾਰੀ ਅਗਲੀ ਪਿਛਲੀ ਜੋ ਪ੍ਰਤਿਭਾ ਅਤੇ ਕਲਾਕਾਰ ਮਨ ਨੇ ਜੋ ਵਿਸਮਾਦ ਵਿੱਚ ਆ ਕੇ ਜ਼ਿੰਦਗੀ ਦੀਆਂ ਹਕੀਕਤਾਂ, ਅਟੱਲ ਸੱਚਾਈਆਂ
ਵਿੱਚ ਬਦਲ ਦਿੱਤਾ ਗਾ। ਉਹ ਸਾਰੀਆਂ ਕਹਿ ਲਓ ਜੀ ਗੁਰੂ ਸਾਹਿਬ ਨੇ ਜੋ ਅਨੁਭਵ ਕੀਤਾ ਇਸ ਸਮੇਂ ਦੇ ਦੌਰਾਨ, ਉਹਨਾਂ ਨੂੰ ਆਪਦੀ ਕਲਾ ਦੇ ਆਧਾਰ 'ਤੇ ਇੱਕ ਕਲਾਕਾਰ ਜਿਸ ਤਰ੍ਹਾਂ ਜੀ ਆਪਦੇ ਮਨ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਕਹਿ ਲਓ ਜੀ ਜ਼ਿੰਦਗੀ ਦੀਆਂ ਸੱਚਾਈਆਂ ਨੂੰ, ਵਿਸਮਾਦ ਨੂੰ, ਸਾਰੀਆਂ ਨੂੰ ਆਪਦੀਆਂ ਰਚਨਾਵਾਂ ਦੇ ਵਿੱਚ ਪੇਸ਼ ਕਰਦੇ ਨੇ। ਬੜੀ ਦਲੇਰੀ ਦੇ ਨਾਲ ਵੇਲੇ ਦੇ ਹਾਕਮਾਂ ਦੀ ਗੱਲ ਕਰਦੇ ਨੇ ਜੀ, ਵੱਲੋਂ ਹੋ ਰਹੇ ਜ਼ਬਰ ਨਿੰਦਿਆ ਦੇ ਬਾਰੇ ਉਹ ਗੱਲਬਾਤ ਕਰਦੇ ਨੇ ਜੀ। ਸਾਰੇ ਸਾਹਿਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਿਸਾਲ ਵੇਖਣ ਨੂੰ ਮਿਲਦੀ ਹੈ ਕਿ ਸਾਹਿਤ ਵਿੱਚ ਆਮ ਲੋਕਾਂ ਦਾ ਦ੍ਰਿਸ਼ਟੀਕੋਣ ਵੀਰਾਂ ਅਤੇ ਇਨਕਲਾਬੀਆਂ ਦੀ ਤਰ੍ਹਾਂ ਹੀ ਪੇਸ਼ ਆਪਾਂ ਨੂੰ ਮਿਲਦਾ ਗਾ। ਉਹਨਾਂ ਦੀ ਆਪਾਂ ਰਚਨਾ ਦੀ ਗੱਲ ਕਰੀਏ ਗੁਰੂ ਸਾਹਿਬ ਦੀ, ਕਿ ਉਸ ਸਮੇਂ ਜੋ ਰਾਜੇ ਕਹਿ ਲਓ ਜੀ ਅਨਿਆਂ ਕਰ ਰਹੇ ਸੀ, ਉਸ ਸਮੇਂ ਉਹਨਾਂ ਨੇ ਉਹਨਾਂ ਦੇ ਵਿਰੁੱਧ ਲਿਖਿਆ। ਉਹ ਚੀਜ਼ ਪਹਿਲੀ ਵਾਰ ਵੇਖਣ ਨੂੰ ਮਿਲਦੀ ਹੈ। ਇੱਕ ਕਹਿ ਲਓ ਜੀ ਕ੍ਰਾਂਤੀਕਾਰੀ ਕਦਮ ਸੀ, ਇਨਕਲਾਬੀ ਕਦਮ ਸੀ। ਜਿਵੇਂ ਆਪਾਂ ਗੱਲ ਕਰੀਏ ਸੀ ਗਲਕੰਤੀ ਰਾਜੇ ਕਸਾਈ ਧਰਮ ਦੀ ਆਪਾਂ ਗੱਲ ਕਰੀਏ ਜੀ, ਇਹ ਵਾਲੀਆਂ ਲੈਣਾ ਨੇ ਜੀ ਤੁਸੀਂ ਸਾਰਿਆਂ ਨੇ ਸੁਣੀਆਂ ਹੋਣਗੀਆਂ। ਤਾਂ ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਰਚਨਾ ਨੇ ਜੀ, ਤੁਸੀਂ ਇਹ ਵਾਲੀਆਂ ਨੋਟ ਕਰ ਲੈਣੇ ਜੀ ਲੈਣਾ ਜੀ। ਉਸ ਤੋਂ ਬਾਅਦ ਕੁਛ ਲੈਣਾ ਨੇ ਜੀ ਰਾਜੇ ਸਿੰਘ ਦੀ ਗੱਲ ਕਰਦੀ ਹੈ ਜੀ, ਮੁਕੱਦਮ ਕੁੱਤੇ, ਇਸ ਤਰ੍ਹਾਂ ਦੀਆਂ ਜੋ ਲੈਣਾ ਨੇ ਜੀ ਇਹ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ, ਜੋ ਉਸ ਸਮੇਂ ਦੇ ਹਾਕਮਾਂ ਦੇ ਹਾਲਾਤ ਨੂੰ ਉਹਨਾਂ ਨੇ ਬਾਣੀ ਦੇ ਵਿੱਚ ਪੇਸ਼ ਕੀਤਾ। ਉਸ ਤੋਂ ਬਾਅਦ ਅਗਲੀਆਂ ਲੈਣਾ ਨੇ ਜੀ, ਇਹ ਲੈਣਾ ਦੇ ਵਿੱਚ ਆਪਾਂ ਗੱਲ ਕਰਦੇ ਨੇ ਕਿ ਉਹਨਾਂ ਨੇ ਜੋ ਲੋਭ ਪਾਪ ਜੋ ਰਾਜੇ ਦੁਆਰਾ ਕੀਤਾ ਜਾ ਰਿਹਾ ਸੀ, ਠੀਕ ਹੈ ਜੀ, ਉਹ ਚੀਜ਼ ਵੇਖਣ ਨੂੰ ਮਿਲਦੀ ਹੈ। ਇਹ ਲੈਣਾ ਨੋਟ ਕਰ ਲੈਣਾ ਜੀ। ਤਿੰਨੇ ਇਹ ਰਾਜਿਆਂ ਦੇ ਦੁਆਰਾ ਕੀਤੇ ਗਏ ਜੁਰਮ, ਅਨਿਆਂ, ਇਨਸਾਫ, ਜੋ ਉਸ ਸਮੇਂ ਦੇ ਹਾਲਾਤ ਨੇ ਉਹਨਾਂ ਦੀ ਪੇਸ਼ਕਾਰੀ ਕਰਦੀਆਂ ਨੇ। ਇਸ ਦੇ ਨਾਲ ਨਾਲ ਹੀ ਕਹਿ ਲਓ ਜੀ ਬਾਬਰ ਬਾਣੀ ਦੇ ਬਾਰੇ ਕੁਝ ਆਪਾਂ ਗੱਲਬਾਤ ਕਰੀਏ ਜੀ। ਉਹਦੇ ਬਾਰੇ ਕਹਿਣਾ ਤਾਂ ਆਪਣੇ ਕਹਿ ਲਓ ਜੀ ਕਹਿਣ ਦੇ ਯੋਗ ਨਹੀਂ ਹੈ ਕਿ ਉਹਨਾਂ ਦੀ ਬਾਣੀ ਇਸ ਕਾਬਲ ਹੈਗੀ ਹੈ ਕਿ ਉਸ ਸਮੇਂ ਦੇ ਹਾਕਮ ਤੱਕ ਦੀ ਜਿਹੜੀ ਹੈਗੀ ਆ ਉਹਦੇ ਵਿਰੁੱਧ ਲਿਖਦੀ ਹੈ। ਤਾਂ ਉਹਨਾਂ ਦੇ ਵਿੱਚ ਇੱਕ ਦਲੇਰੀ ਦੀ ਗੱਲਬਾਤ ਹੁੰਦੀ ਹੈ ਜੀ, ਠੀਕ ਹੈ। ਅਤੇ ਬਚਨਾਂ ਕਾਮਲ ਆਪਾਂ ਗੱਲ ਕਰੀਏ ਜੀ, ਦਲੇਰੀ ਦੀ ਗੱਲਬਾਤ ਕਰਦੇ ਨੇ। ਬਚਨਾਂ ਦਾ ਸੂਰਾ ਹੀ ਬਾਬਰ ਵਰਗੇ ਬਾਦਸ਼ਾਹ ਦੇ ਜੁਰਮਾਂ ਦੇ ਕਹਿ ਲਓ ਜੀ ਵੇਖਣ ਨੂੰ ਮਿਲਦਾ ਕਿ ਜੁਰਮਾਂ ਦੇ ਵਿਰੁੱਧ ਉਹ ਲਿਖਦੇ ਨੇ। ਇੰਨੀ ਕਹਿ ਲਓ ਜੀ ਨਿਡਰਤਾ ਦੇ ਨਾਲ, ਦ੍ਰਿੜਤਾ ਦੇ ਨਾਲ ਉਹਨਾਂ ਨੇ ਜੋ ਹੋਰ ਕਿਸੇ ਨੇ ਨਹੀਂ ਕੀਤਾ ਜੀ। ਇਹ ਚੀਜ਼ਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਜੀ। ਉਹਦੀਆਂ ਕੁਛ ਲਾਈਨਾਂ ਨੇ ਜੀ, ਇਹ ਨੋਟ ਕਰ ਲੈਣਾ ਜੀ। ਕਿਹੜੇ ਰਾਗ ਦੇ ਵਿੱਚ ਲਿਖੀਆਂ ਗਈਆਂ ਨੇ ਜੀ, ਇਹ ਵੀ ਨੋਟ ਕਰ ਲਿਓ ਜੀ। ਜੈਸੀ ਮੈਂ ਆਵੇ, ਠੀਕ ਹੈ ਜੀ, ਖਸਮ ਕੀ ਬਾਣੀ, ਇਹ ਵਾਲੀਆਂ ਲੈਣਾ ਨੇ ਜੀ, ਇਹਨਾਂ ਨੂੰ ਨੋਟ ਕਰ ਲੈਣਾ ਜੀ। ਜੋ ਬਾਬਰ ਬਾਣੀ ਦੇ ਵਿੱਚ ਲਿਖੀਆਂ ਗਈਆਂ ਨੇ ਜੀ, ਉਸ ਦੇ ਬਾਦਸ਼ਾਹ ਦੇ ਟਾਈਮ ਉਸ ਸਮੇਂ ਜੋ ਸੀ ਜੀ, ਜੋ ਹਾਲਾਤ ਸੀ ਉਹਨਾਂ ਦੇ ਬਾਰੇ, ਜੋ ਰਾਜੇ ਦੁਆਰਾ ਜੋ ਜੁਰਮ ਵਗੈਰਾ ਢਾਏ ਜਾ ਰਹੇ ਸੀ, ਉਸ ਸਮੇਂ ਦੀ ਜੋ ਹਾਲਤ ਸੀ ਉਸ ਨੂੰ ਆਪਦੀ ਬਾਣੀ ਦੇ ਵਿੱਚ ਪੇਸ਼ ਕੀਤਾ ਜੀ। ਮਹਾਨ ਸਾਹਿਤਕਾਰਾਂ ਦੀ ਆਪਾਂ ਗੱਲ ਕਰਦੇ ਹਾਂ ਜੀ, ਉਹੀ ਹੋ ਸਕਦਾ ਹੈ ਜੋ ਆਪਣੇ ਆਪ ਨੂੰ ਸਮੇਂ ਦੀਆਂ ਪ੍ਰਤੀਨਿਧ ਘਟਨਾਵਾਂ ਨੂੰ ਕਲਾਮਈ ਰੂਪ ਦੇ ਵਿੱਚ ਚਿਤਰੇ। ਉਹਨਾਂ ਦੇ ਪ੍ਰਤੀਕਰਮ ਦੇ ਵਜੋਂ ਉਹਨਾਂ ਉੱਤੇ ਸੱਚੀ ਸੁੱਚੀ ਪੜਚੋਲ ਕਰ ਦੇਵੇ। ਅਤੇ ਰਾਗ ਆਸਾ ਦੇ ਵਿੱਚ ਆਪਾਂ ਗੱਲ ਕਰੀਏ ਜੀ, ਬਾਬਰ ਬਾਣੀ ਦੇ ਕਹਿ ਲਓ ਜੀ ਜੋ ਸ਼ਬਦ ਮਿਲਦੇ ਰਿਹਾ ਜੀ, ਉਹਨਾਂ ਦੇ ਬਾਰੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ। ਕਿਹੜੇ ਕਿਹੜੇ ਆਸਾ ਦੀ ਵਾਰ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਬਾਬਰ ਬਾਣੀ ਦੀ। ਬਾਬਰ ਬਾਣੀ ਦੇ ਜੋ ਪਹਿਲਾਂ ਵਾਲੇ ਰਾਗ ਹੋਰ ਦੇ ਵਿੱਚ ਸੀਗੇ ਜੀ, ਅਤੇ ਇਹ ਰਾਗ ਕਿਹੜੇ ਦੇ ਵਿੱਚ ਹੈ ਜੀ, ਉਹਦੀ ਆਪਾਂ ਗੱਲ ਕਰਦੇ ਹਾਂ ਜੀ ਰਾਗ ਆਸਾ ਦੇ ਵਿੱਚ। ਤਾਂ ਇਹਨਾਂ ਦੇ ਕਹਿ ਲਓ ਜੀ ਇੱਕ ਬੰਨੇ ਤਾਂ ਉਹ ਕਰਦੇ ਜੀ, ਇੱਕ ਪਾਸੇ ਕੀ ਹੋ ਰਿਹਾ ਜੀ, ਉਹ ਕੀ ਕਰ ਰਿਹਾ, ਉਹ ਜੋ ਜੁਰਮ ਜਬਰ ਅਨਿਆਂ ਦੇ ਕਹਿ ਲਓ ਜੀ ਉਹਦੀ ਪੇਸ਼ਕਾਰੀ ਕਰਦੇ ਆ। ਕੁਝ ਨਕਸ਼ਾ ਬਿੰਨਿਆ ਗਿਆ ਅਤੇ ਕਰਦੇ ਨੇ ਸਾਹਿਤਕਾਰ ਦੇ ਤੌਰ 'ਤੇ ਜੁਰਮ ਨੂੰ, ਅਨਿਆਂ ਨੂੰ ਦੀ ਗੱਲ ਕਰਦੇ ਨੇ ਜੀ, ਨਿਆਂ ਦੀ ਨਿੰਦਾ ਕਰਦੇ ਨੇ ਜੀ, ਨਿਆਂ ਜੋ ਹੋ ਰਿਹਾ ਜੀ, ਅਤੇ ਲੋਕਾਂ ਦੀ ਅਣਖ ਨੂੰ ਵਿਗਾਰਿਆ, ਲਲਕਾਰਿਆ ਜੀ। ਇਹ ਨੋਟ ਕਰ ਲਿਓ ਜੀ। ਇਹ ਬਾਣੀ ਦੇ ਉਹਨਾਂ ਦੇ ਪੱਖ ਕੀ ਨੇ ਕਿ ਕਿਹੜੀ ਗੱਲ ਕਰਨਾ ਚਾਹੁੰਦੇ ਆ ਜੀ। ਇੱਕ ਤਾਂ ਉਹ ਜਬਰ ਜੁਰਮ ਜੋ ਹੋ ਰਿਹਾ ਜੀ, ਠੀਕ ਹੈ ਜੀ, ਉਹਨੂੰ ਪੇਸ਼ਕਾਰੀ ਕਰਦੇ ਆ ਸਾਹਿਤ ਦੇ ਤੌਰ 'ਤੇ, ਉਹਦੀ ਨਿੰਦਾ ਕਰਦੇ ਆ ਜੀ। ਲੋਕਾਂ ਦੀ ਅਣਖ ਨੂੰ ਜੋ ਵੰਗਾਰਿਆ, ਲਲਕਾਰਿਆ ਕਿ ਉਹ ਜਿਹੜੇ ਹੈਗੇ ਨੇ ਇਹਨਾਂ ਚੀਜ਼ਾਂ ਦੇ ਵਿਰੁੱਧ ਹੋ ਕੇ ਜਿਹੜਾ ਹੈਗਾ ਹੋਣ, ਅਤੇ ਉਹ ਜਿਹੜਾ ਜੁਰਮ ਨਾ ਸਹਿਣ। ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਜੀ, ਕਹਿ ਲਓ ਜੀ ਸ੍ਰਿਸ਼ਟੀ ਕਾਲ, ਪਰਮਾਤਮਾ ਪੁਰਖ ਦੀ ਗੱਲ ਕੀਤੀ ਹੈ ਜੀ ਉਹਨਾਂ ਨੇ। ਉਸ ਦੀਆਂ ਅਧਿਆਤਮਕ ਅਤੇ ਰੱਬੀ ਸ਼ਕਤੀਆਂ ਸਿਰ ਸੁੱਟੀ ਗਈ ਹੈ ਜੀ ਗੱਲਬਾਤ। ਉਹਨਾਂ ਨੇ ਜੋ ਵੀ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਪਰਮਾਤਮਾ ਦੀ ਗੱਲ ਕੀਤੀ ਹੈ। ਪਰਮਾਤਮਾ ਦੀ ਅਧਿਆਤਮਾ ਅਤੇ ਰੱਬੀ ਸ਼ਕਤੀਆਂ ਦੀ ਜੋ ਰੱਬ ਦੇ ਭਾਣੇ ਦੇ ਅਨੁਸਾਰ ਹੁੰਦਾ ਜੀ, ਉਸ ਦੀ ਉਹ ਗੱਲਬਾਤ ਕਰਦੇ ਨੇ। ਰਾਗ ਦੀ ਆਪਾਂ ਗੱਲ ਕਰਦੇ ਹਾਂ ਜੀ, ਰਾਗ ਆਸਾ ਦੀ ਆਪਾਂ ਗੱਲ ਕੀਤੀ ਹੈ ਜੀ, ਇਹ ਐਗਜ਼ਾਮਪਲ ਹੈਗੀ ਹੈ ਜੀ।
ਜਿਨ ਸਿਰ ਸੋਨ ਪੱਟੀਆਂ ਜੀ। ਠੀਕ ਹੈ, ਇਹਦੇ ਵਿੱਚ ਜੋ ਰਾਗ ਆਸਾ ਦੇ ਵਿੱਚ ਲਿਖਿਆ ਗਿਆ ਜੀ, ਉਸ ਸਮੇਂ ਦੇ ਬਾਬਰ ਬਾਣੀ ਦੇ ਵਿੱਚੋਂ ਇਹਦੀ ਐਗਜ਼ਾਮਪਲ ਤੁਸੀਂ ਦੇਖ ਲਿਓ ਜੀ, ਨੋਟ ਕਰ ਲੈਣਾ ਜੀ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਇਹਨਾਂ ਕਈ ਸਤਰਾਂ ਦੇ ਵਿੱਚ ਕਹਿ ਲਓ ਜੀ ਉਹਨਾਂ ਨੇ ਜੁਰਮ ਆਪਾਂ ਕਹਿ ਲਓ ਜੀ ਜੋ ਲੋਕਾਂ 'ਤੇ ਜੁਰਮ ਕੀਤਾ ਜਾ ਰਿਹਾ ਉਸ ਦੀ ਗੱਲਬਾਤ ਹੁੰਦੀ ਹੈ ਜੀ। ਦੋ ਤਸੱਦਦ ਕਹਿ ਲਓ ਜੀ ਉਸ ਦਾ ਦਿਲ ਚੀਰਮਾ ਬਿਆਨ ਕੀਤਾ ਗਿਆ। ਉਸ ਤੋਂ ਬਾਅਦ ਦਿਲ ਨੂੰ ਕਹਿ ਲਓ ਜੀ ਇੱਕ ਤਰੀਕੇ ਨਾਲ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਇਹ ਹਰ ਇੱਕ ਉਹ ਤੋਂ ਪ੍ਰਭਾਵਿਤ ਹੁੰਦਾ ਅਤੇ ਉਹਦਾ ਦਿਲ ਮੰਨਿਆ ਜਾਂਦਾ। ਅਨਿਆਂ ਦਾ ਕੂੜ ਵਿਰੁੱਧ ਜੋ ਕਹਿ ਲਓ ਜੀ ਆਪਾਂ ਵੇਖਣ ਨੂੰ ਮਿਲਦਾ ਕਿ ਅਨਿਆਂ ਦੇ ਵਿਰੁੱਧ ਉਹਨਾਂ ਨੇ ਲਿਖਿਆ ਗਾ, ਇਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਨਫ਼ਰਤ ਅਤੇ ਘ੍ਰਿਣਾ ਪੈਦਾ ਹੁੰਦੀ ਹੈ ਜੀ ਉਹਨਾਂ ਦੀ ਬਾਣੀ ਦੇ ਕਰਕੇ, ਕਿ ਉਹ ਰਾਜੇ ਦੇ ਪ੍ਰਤੀ ਜੋ ਨਫ਼ਰਤ ਵੇਖਣ ਨੂੰ ਮਿਲਦੀ ਹੈ, ਘ੍ਰਿਣਾ, ਉਹਨਾਂ ਨੂੰ ਲਲਕਾਰਿਆ ਗਿਆ, ਅਣਖ ਨੂੰ ਵਗਾਰਿਆ ਗਿਆ, ਉਹ ਚੀਜ਼ ਵੇਖਣ ਨੂੰ ਮਿਲਦੀ ਹੈ ਜੀ ਆਪਾਂ ਨੂੰ। ਭਾਵੇਂ ਕਿ ਗੁਰੂ ਸਾਹਿਬ ਇਸ ਗੱਲ 'ਤੇ ਕਹਿ ਲਓ ਜੀ ਕਾਇਲ ਵੀ ਹਨ ਕਿ ਸਭ ਕੁਝ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ, ਪਰ ਉਹ ਇੱਕ ਪਾਸੇ ਗੁਰੂ ਸਾਹਿਬ ਇਹ ਵੀ ਗੱਲ ਕਰਦੇ ਆ ਕਿ ਸਾਰਾ ਕੁਛ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ, ਪਰ ਦੂਸਰੇ ਪਾਸੇ ਉਹ ਜਿਹੜੇ ਜੁਰਮ ਹੋ ਰਹੇ ਨੇ, ਅਨਿਆਂ ਹੋ ਰਹੇ ਨੇ, ਉਹਦੀ ਨਿੰਦਾ ਵੀ ਕਰਦੇ ਆ। ਇਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਅਤੇ ਇੱਕ ਸਾਈਡ ਕੀ ਹੋਇਆ, ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੋ ਰਿਹਾ ਜੀ, ਸਭ ਕੁਛ ਪਰਮਾਤਮਾ ਦੇ ਅਨੁਸਾਰ ਹੁਕਮ ਅਨੁਸਾਰ ਹੋ ਰਿਹਾ। ਨਾਲ ਨਾਲ ਉਹਨਾਂ ਨੇ ਕੀ ਕੀਤਾ ਜੀ, ਪੇਸ਼ ਕੀਤਾ ਜੀ ਗੁਰੂ ਸਾਹਿਬ ਨੇ ਮਨੁੱਖੀ ਜੋ ਦਰਦ ਹੈ ਦੇ ਨਾਲ ਜੋ ਕਹਿ ਗਏ ਜੀ ਦਿਲ ਵਿੰਨ੍ਹਿਆ ਜਾਂਦਾ ਜੀ, ਉਸ ਦੀ ਦਰਦ ਦੀ ਗੱਲਬਾਤ ਕੀਤੀ ਹੈ ਕਿ ਉਹਨਾਂ ਕੋਲੋਂ ਨਹੀਂ ਰਿਹਾ ਜਾਂਦਾ ਬਿਆਨ ਕੀਤੇ ਬਿਨਾਂ। ਉਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਤਾਂ ਉਹਦੇ ਬਾਰੇ ਇਹ ਸਤਰਾਂ ਨੇ ਜੀ ਬਾਣੀ ਦੀਆਂ, ਉਹ ਤੁਸੀਂ ਨੋਟ ਕਰ ਲਿਓ ਜੀ। ਰਾਗ ਆਸਾ ਦੇ ਵਿੱਚ ਨੇ ਜੀ, ਇਹਨਾਂ ਦੇ ਖੁਰਾਸਾਨ ਦੀ ਗੱਲ ਕਰਦੇ ਨੇ ਜੀ, ਕਿਸ ਤਰ੍ਹਾਂ ਉਹ ਉਹਦੇ ਵਿੱਚ ਪੇਸ਼ ਕੀਤਾ ਜੋ ਬਾਣੀ। ਏਤੀਮਾਰ ਦੀ ਆਪਾਂ ਗੱਲ ਕਰਦੇ ਹਾਂ ਜੀ, ਏਤੀਮਾਰ ਪਈ ਕਰਲਾਣੇ ਜੀ, ਤੈਂਗੀ ਦਰਦ ਨਾ ਆਇਆ, ਬਹੁਤ ਹੀ ਪ੍ਰਸਿੱਧ ਲੈਣਾ ਨੇ ਜੀ। ਠੀਕ ਹੈ, ਇਹ ਲੈਣਾ ਨੂੰ ਨੋਟ ਕਰ ਲਿਓ ਜੀ। ਉਹਨਾਂ ਦੀਆਂ ਰਾਗ ਦੇ ਵਿੱਚ, ਰਾਗ ਕਿਹੜੇ ਆਸਾ ਦੇ ਵਿੱਚ ਨੇ ਜੀ, ਉਹਨਾਂ ਨੇ ਜੋ ਮਨੁੱਖੀ ਦਰਦ ਦੀ ਗੱਲ ਕੀਤੀ ਹੈ, ਜੋ ਹਾਕਮਾਂ ਦੁਆਰਾ ਕੀਤੇ ਜਾ ਰਹੇ ਅਨਿਆਂ, ਉਸ ਦੀ ਗੱਲਬਾਤ ਕਰਦੇ ਨੇ ਜੀ। ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੀ ਸਮੇਂ ਦੀ। ਆਪਾਂ ਗੱਲ ਕਰਦੇ ਹਾਂ ਸਮੇਂ ਦੇ ਸਾਰੇ ਵਹਿਮਾਂ ਨੂੰ, ਭਰਮਾਂ ਦਾ ਉਹਨਾਂ ਨੇ ਖੰਡਨ ਕੀਤਾ। ਤਾਂ 3 ਵਾਰਾਂ ਦੀ ਗੱਲ ਕਰਕੇ, ਖਾਸ ਕਰਕੇ ਉਹਨਾਂ ਦੀ ਆਸਾ ਦੀ ਵਾਰ ਵਿੱਚੋਂ ਮਿਲਦਾ, ਜੋ ਕਹਿ ਲਓ ਜੀ ਵਹਿਮਾਂ ਭਰਮਾਂ ਦਾ ਖੰਡਨ ਕਰਦੇ ਨੇ। ਗੁਰੂ ਸਾਹਿਬ ਦਾ ਮੱਤ ਹੈ ਕਿ ਸ਼ਾਇਦ ਸਭ ਤੋਂ ਵੱਡੀ ਵਿਸ਼ੇਸ਼ਤਾ ਹੀ ਇਹੀ ਹੈ। ਇਸੇ ਕਰਕੇ ਉਹਨਾਂ ਨੇ ਜੋ ਗੋਰਖ ਧੰਦਾ ਚਲਾਇਆ ਜਾ ਰਿਹਾ ਸੀਗਾ ਜੀ, ਉਹਨੂੰ ਆਪਦੀ ਬਾਣੀ ਦੇ ਵਿੱਚ ਪੇਸ਼ ਕਰਦੇ ਨੇ। ਆਮ ਲੋਕਾਂ ਦੇ ਜੀਵਨ ਵਿੱਚੋਂ ਹੀ ਜੋ ਸਿੱਖਿਆ, ਉਹਨਾਂ ਨੂੰ ਸਿੱਖਿਆ ਦਿੰਦੇ ਨੇ, ਜੀਵਨ ਵਿੱਚੋਂ ਹੀ ਸਿੱਖਿਆ ਲੈਂਦੇ ਨੇ ਅਤੇ ਫਿਰ ਲੋਕਾਂ ਨੂੰ ਦਿੰਦੇ ਨੇ ਜੀ। ਗੁਰੂ ਸਾਹਿਬ ਜੀ ਨੇ ਕਹਿ ਲਓ ਜੀ ਸਾਹਿਤ ਨੂੰ ਨਿਰਸਦੇ ਜਾਂ ਸਧਾਰਨ ਦਾ ਸਾਹਿਤ ਕਿਹਾ ਜਾ ਸਕਦਾ, ਕਿ ਕਿਉਂਕਿ ਉਹਨਾਂ ਨੇ ਆਪਦੀ ਬਾਣੀ ਰਚੀ ਹੈ ਜੀ, ਅਤੇ ਲੋਕਾਂ ਦੇ ਲਈ ਭਾਵ ਲੋਕਾਂ ਦੇ ਪ੍ਰਚਾਰ ਕੀਤਾ, ਉਹਨਾਂ ਨੂੰ ਦੱਸਿਆ ਗਾ ਜੀ ਉਹਦੇ ਬਾਰੇ। ਪਹਿਲੀ ਵਾਰ ਕਹਿ ਲਓ ਜੀ ਕਿਸੇ ਨੇ ਜੰਗ ਨੂੰ ਨਿੰਦਿਆ ਗਾ, ਭਾਵ ਕਿਸੇ ਰਾਜੇ ਦੇ ਹਮਲੇ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਨਿੰਦਿਆ ਕੀਤੀ ਗਈ ਹੈ। ਅਤੇ ਇਸਤਰੀ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਵੀ ਗੱਲ ਕੀਤੀ ਗਈ ਹੈ। 2 ਮਸਲੇ ਇਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਜੀ। ਇੱਕ ਤਾਂ ਜੀ ਜੋ ਲੜਾਈਆਂ ਨੇ ਉਹਨੂੰ ਨਿੰਦਿਆ, ਦੂਸਰਾ ਜੀ ਇਸਤਰੀ ਨੂੰ ਜੋ ਬਰਾਬਰੀ ਦੇ ਅਧਿਕਾਰ ਦੀ ਗੱਲ ਕੀਤੀ ਹੈ ਜੀ, ਦਰਜਾ ਦੇਣ ਦੀ, ਉਹ ਵੀ ਆਪਾਂ ਨੂੰ ਵੇਖਣ ਨੂੰ ਮਿਲਦਾ। ਤਾਂ ਇਸ ਤੋਂ ਬਾਅਦ ਜੋ ਉਸ ਸਮੇਂ ਪਖੰਡ ਵਗੈਰਾ ਜੀ, ਹੋਰ ਜੋ ਗੋਰਖ ਧੰਦੇ ਚੱਲ ਰਹੇ ਸੀ, ਉਹਦੇ ਵਿਰੁੱਧ ਨੇ ਜੀ। ਜਿਵੇਂ ਜੀ ਇਹ ਲੈਣਾ ਨੇ ਜੀ, ਸੋ ਕਿ ਮੰਦਾ ਆਖੀਆ ਜੀ, ਜੋ ਉਹਨਾਂ ਦੇ ਬਾਣੀ ਦੇ ਨਾਲ ਸੰਬੰਧਿਤ ਨੇ। ਪਹਿਲੀਆਂ ਲੈਣਾਂ ਦੇ ਵਿੱਚ ਜੋ ਕਹਿ ਲਓ ਜੀ ਗੋਰਖ ਧੰਦੇ ਨੇ, ਭਾਵ ਜੋ ਪਖੰਡ ਹੋ ਰਿਹਾ, ਉਸ ਦੀ ਪੇਸ਼ਕਾਰੀ ਕਰਦੇ ਆ। ਅਤੇ ਸਲੋਕਾਂ ਦੇ ਵਿੱਚ ਕਹਿ ਲਓ ਜੀ ਇਸ ਦੀ ਜੋ ਬਰਾਬਰ ਦੇ ਅਧਿਕਾਰ ਨੂੰ ਹੀ ਮੰਨਿਆ ਹੈਗਾ ਉਹਨਾਂ ਨੇ। ਕਟਾਕਸ ਵਿਅੰਗਮਈ ਹੈ ਕਵਿਤਾ ਦੇ ਤੌਰ 'ਤੇ। ਆਪ ਜੀ ਦੀਆਂ ਕਹਿ ਲਓ ਜੀ ਵਾਰਾਂ ਦੇ ਵਿੱਚ ਬਹੁਤ ਹੀ ਕਹਿ ਲਓ ਜੀ ਉੱਚ ਕਹਿ ਲਓ ਜੀ ਰਚਨਾਵਾਂ ਦੇ ਤੌਰ 'ਤੇ, ਕਹਿ ਲਓ ਜੀ ਸਰਵਸ਼੍ਰੇਸ਼ਠ ਦੇ ਤੌਰ 'ਤੇ ਇਹ ਰਚਨਾਵਾਂ ਮੰਨੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਕੀ ਹੈ ਜੀ ਕਟਾਕਸ ਵਿਅੰਗਮਈ ਪੇਸ਼ ਕੀਤਾ ਹੋਇਆ ਵੇਖਣ ਨੂੰ ਮਿਲਦਾ ਸੀ। ਗੁਰੂ ਸਾਹਿਬ ਦੇ ਜੋ ਦਾਰਸ਼ਨਿਕ ਸਿਧਾਂਤਾਂ ਦੀ ਗੱਲਬਾਤ ਕੀਤੀ ਹੈ ਜੀ, ਵਿਆਖਿਆ ਕਰਨ ਲਈ ਉਹਨਾਂ ਨੇ ਜਪਜੀ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਜੀ, ਸਿੱਧ ਗੋਸ਼ਟ ਦੀ ਆਪਾਂ ਗੱਲ ਕਰਦੇ ਹਾਂ ਜੀ, ਨੂੰ ਵਾਚਿਆ ਜਾ ਸਕਦਾ ਹੈਗਾ। ਇਹਨਾਂ ਰਚਨਾਵਾਂ ਦੇ ਵਿੱਚ ਖਾਸ ਤੌਰ 'ਤੇ ਜੀ ਜੋ ਉਹਨਾਂ ਦੇ ਸਿਧਾਂਤਕ ਦਾਰਸ਼ਨਿਕ ਜੋ ਫਿਲਾਸਫੀ ਹੈ ਜੀ, ਉਹ ਆਪਾਂ ਨੂੰ ਵੇਖਣ ਦੀ ਮਿਲਦੀ ਹੈ ਜੀ। ਦਾਰਸ਼ਨਿਕ ਸਿਧਾਂਤਾਂ ਦੀ ਗੱਲ ਕਰਦੇ ਹਾਂ ਜੀ ਆਪਾਂ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਹਿ ਲਓ ਜੀ ਗੁਰਬਾਣੀ ਦੀ ਕੁੰਜੀ ਮੰਨਿਆ ਗਿਆ, ਅਤੇ ਇਸ ਦੇ ਵਿੱਚ ਰੱਬ ਦੇ ਸਰੂਪਾਂ, ਉਸਦੇ ਨਾਲ ਨਾਲ ਪ੍ਰਾਣੀ ਦੇ ਸੰਬੰਧ, ਉਸ ਦੀ ਕੁਦਰਤ ਦੇ ਵਿੱਚ ਕਹਿ ਲਓ ਜੀ ਰੱਬ ਦੀ ਜੋ ਕੁਦਰਤ ਹੈ ਜੀ, ਉਸ ਦੀ ਪੇਸ਼ਕਾਰੀ ਕੀਤੀ ਹੈ। ਅੱਡ ਅੱਡ ਧਰਮਾਂ,
ਮਤਾਂ ਦੀ ਜੋ ਮੁਕਤੀ ਦੇ ਲਈ ਯਤਨ ਕੀਤੇ ਜਾ ਰਹੇ ਨੇ, ਜੀਵਨ ਦੇ ਜੋ ਮਾਰਗ ਨੇ ਸਿੱਧੇ ਪੰਧ ਨੂੰ ਦਰਸਾਇਆ ਗਿਆ ਵੇਖਣ ਨੂੰ ਮਿਲਦਾ ਜੀ। ਕਿ ਉਹਨਾਂ ਨੇ ਬਾਣੀ ਦੇ ਵਿੱਚ ਕੀ ਕੀਤਾ ਜੀ, ਰੱਬ ਦੇ ਸਰੂਪ, ਕੁਦਰਤ ਦੇ ਬਾਰੇ ਗੱਲਬਾਤ ਕੀਤੀ ਹੈ ਜੀ, ਪ੍ਰਾਣੀਆਂ ਦੇ ਸੰਬੰਧ, ਕਿ ਪਰਮਾਤਮਾ ਨਾਲ ਕੀ ਸੰਬੰਧ ਨੇ ਉਹਨਾਂ ਦੀ ਗੱਲਬਾਤ ਕੀਤੀ ਹੈ, ਵੱਖ-ਵੱਖ ਧਰਮ ਕੀ ਕਹਿੰਦੇ ਨੇ ਜੀ, ਮਤ ਕੀ ਕਹਿੰਦੇ ਨੇ ਉਹਨਾਂ ਦੀ ਗੱਲਬਾਤ ਕੀਤੀ ਹੈ। ਸਿੱਧ ਗੋਸ਼ਟ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਵਿੱਚ ਜੋਗੀਆਂ ਸਿੱਧਾਂ ਦੇ ਸਿਧਾਂਤਾਂ ਦੀ ਪੜਚਾਲ ਆਪਾਂ ਕਰੀਏ ਜੀ, ਪੜਚੋਲ ਹੁੰਦੀ ਹੈ, ਜੋ ਪੜਤਾਲ ਹੁੰਦੀ ਹੈ ਉਸ ਦੀ ਗੱਲਬਾਤ ਕਰਦੇ ਹਾਂ ਜੀ। ਵਿਆਖਿਆ ਦੀ ਗੱਲ ਹੁੰਦੀ ਹੈ, ਖੰਡਨ ਅਤੇ ਸੁਧਾਰ ਦੀ ਗੱਲ ਹੁੰਦੀ ਹੈ। ਕਿਹੜੀ ਬਾਣੀ ਦੇ ਵਿੱਚ ਜੀ? ਸਿੱਧ ਗੋਸ਼ਟ ਦੇ ਵਿੱਚ। ਗੁਰੂ ਸਾਹਿਬ ਨੇ ਰਵਾਇਤੀ ਅਤੇ ਜੋ ਸਾਹਿਤਕ ਸੁਹਿਰਦਤਾ ਦੀ ਗੱਲਬਾਤ ਵੇਖਣ ਨੂੰ ਮਿਲਦੀ ਹੈ ਜੀ ਇਸ ਬਾਣੀ ਦੇ ਵਿੱਚ। ਉਹਨਾਂ ਨੇ ਕਹਿ ਲਓ ਜੀ ਕਿਸੇ ਧਰਮ ਦੇ ਵਿਰੁੱਧ, ਕਹਿ ਲਓ ਜੀ ਆਪਾਂ ਗੱਲ ਕਰੀਏ ਘৃਣਾ ਦੀ ਦ੍ਰਿਸ਼ਟੀ ਤੋਂ ਨਹੀਂ ਲਿਖਿਆ ਜੀ। ਉਹਨਾਂ ਨੇ ਤੇ ਲੋਕਾਂ ਨੂੰ ਜਾਗਰਤ ਕਰਨ ਦੇ ਲਈ ਲਿਖਿਆ ਸੀ। ਹਰ ਇੱਕ ਨੂੰ ਕਿਹਾ ਹੈ ਕਿ ਉਹ ਬਾਹਰਮੁਖੀ, ਕਹਿ ਲਓ ਜੀ ਜੋ ਭੇਖ ਨੇ ਭਾਵ ਦੇਖਣ ਨੂੰ ਮਿਲਦਾ ਜੀ, ਅਤੇ ਬਹੁਤਾ ਜ਼ੋਰ ਨਾ ਦੇਣ, ਸਗੋਂ ਆਪਣੀ ਆਤਮਾ ਨੂੰ ਉੱਚਾ ਕਰਨ, ਆਚਰਨ ਨੂੰ ਜਿਹੜਾ ਹੈਗਾ ਸੁਧਾਰਨ ਦੀ ਗੱਲ ਕਰਦੇ ਨੇ। ਕਿ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਉਹਨਾਂ ਨੇ ਬਾਹਰਮੁਖੀ ਜੋ ਬਾਹਰੀ ਦਿਖਾਵਾ ਉਸ ਨੂੰ ਛੱਡ ਕੇ ਆਤਮਾ ਦੀ ਗੱਲ ਕੀਤੀ ਹੈ, ਪਰਮਾਤਮਾ ਦੀ ਗੱਲ ਕੀਤੀ ਹੈ, ਉੱਚੇ ਆਚਰਨ ਦੀ ਗੱਲ ਕੀਤੀ ਹੈ, ਆਪਣੀ ਜੋ ਆਤਮਾ ਉਸ ਨੂੰ ਉੱਚਾ ਕਰਨ ਦੀ ਗੱਲ ਕੀਤੀ ਹੈ। ਬਾਣੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਜੀ। ਜੋ ਚੰਗਿਆਈਆਂ ਦੀ ਗੱਲ ਕੀਤੀ ਗਈ ਜਾਂ ਚਾਰੀ ਜੋ ਬੁਰਾਈਆਂ ਨੇ ਜੀ, ਜੋ ਨਜ਼ਰੀਆ ਹੈਗਾ ਉਸ ਨੂੰ ਤਿਆਗ ਕਰਨ ਦੀ ਗੱਲ ਕੀਤੀ ਹੋਈ ਹੈ। ਮਨ ਦੇ ਵਿੱਚ ਹਾਲੀ ਕਿਰਸਾਨੀ ਕਰਨ ਦੀ ਭਾਵ ਸੱਚੇ ਮਾਰਗ 'ਤੇ ਚੱਲਣ ਦੀ ਗੱਲਬਾਤ ਕੀਤੀ ਹੋਈ ਵੇਖਣ ਨੂੰ ਮਿਲਦੀ ਹੈ। ਜੋ ਮਨੁੱਖ ਨੂੰ ਬਿਨਾਂ ਕਿਸੇ ਤਿਆਗ ਤੋਂ, ਧਾਰਮਿਕ ਕਿਰਿਆ ਕਾਂਡ ਤੋਂ ਜੀ ਆਪਣੇ ਕਹਿ ਲਓ ਜੀ ਕੰਮਾਂ ਨੂੰ ਵਿੱਚ ਰੁੱਝਿਆ ਰਹਿਣਾ ਚਾਹੀਦਾ, ਪਰ ਕਿ ਪਰਮਾਤਮਾ ਉਸ ਨੂੰ ਮਿਲ ਸਕਦਾ ਗਾ, ਫਿਰ ਉਹਦਾ ਸਿਮਰ ਕਰਕੇ ਸੰਤੁਸ਼ਟ ਜੀਵਨ ਜਿਉ ਸਕਦਾ ਹੈ। ਗੁਰੂ ਜੀ ਦੇ ਜੋ ਆਪਾਂ ਗੱਲ ਕਰਦੇ ਹਾਂ ਜੀ, ਗੁਰੂ ਨਾਨਕ ਦੇਵ ਜੀ ਦੇ ਸਾਹਿਤ ਵਿੱਚੋਂ ਭਾਵੇਂ ਕਿ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਕਿ ਭਾਵੇਂ ਕਿ ਜ਼ਬਰ ਦੇ ਵਿਰੁੱਧ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਵਾਂਗ ਹੀ ਲੜਨ ਦੀ ਅਪੀਲ ਨਹੀਂ ਮਿਲਦੀ, ਸਗੋਂ ਇਸ ਗੱਲ 'ਤੇ ਵੀ ਉਹਨਾਂ ਨੇ ਸਪਸ਼ਟ ਕੀਤਾ ਕਿ ਆਪ ਦੀ ਦ੍ਰਿਸ਼ਟੀ ਦੇ ਵਿੱਚ ਲੋਕ ਪੱਖੀ ਹੈ। ਸਮੇਂ ਦੀ ਜੋ ਦਸ਼ਾ ਦੇ ਅਨੁਸਾਰ ਜ਼ਬਰ ਜ਼ੁਲਮ ਦੇ ਵਿਰੁੱਧ, ਅਤੇ ਆਪਾਂ ਗੱਲ ਕਰ ਰਹੇ ਹਾਂ ਕਿਹੜੇ ਪੱਖ ਤੋਂ? ਅਧਿਆਤਮਿਕ ਅਤੇ ਆਤਮਿਕ ਸ਼ਕਤੀਆਂ ਦੀ ਜੋ ਪਨਾਹ ਲੈਣ ਦੀ ਪ੍ਰੇਰਨਾ ਮਿਲਦੀ ਹੈ ਜੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਆਪਾਂ ਗੱਲ ਕਰੀਏ ਜੀ, ਉਹਨਾਂ ਨੇ ਜ਼ਬਰ ਜ਼ੁਲਮ ਦੀ ਗੱਲ ਕੀਤੀ ਹੋਈ ਹੈ, ਅਧਿਆਤਮਿਕ ਪੱਖ ਹੈ ਜੀ ਉਸ ਦੀ ਗੱਲ ਕੀਤੀ ਹੈ, ਆਤਮਿਕ ਜੋ ਕਹਿ ਲਓ ਜੀ ਸ਼ਕਤੀਆਂ ਉਹਨਾਂ ਦੀ ਗੱਲ ਕੀਤੀ ਹੋਈ ਹੈ। ਜਦੋਂ ਆਪਾਂ ਦੇਖਦੇ ਹਾਂ ਜੀ ਪ੍ਰੋਫੈਸਰ ਜੋ ਪੂਰਨ ਸਿੰਘ ਹੋਏ ਆ ਜੀ, ਉਹਨਾਂ ਦੇ ਸ਼ਬਦਾਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਨੇ ਜੀ, ਇੱਕ ਬਾਣੀ ਦੇ ਕਹਿ ਲਓ ਜੀ ਰੱਬੀ ਗੀਤ ਬਣਾ ਕੇ ਆਏ ਹੈ ਜੀ। ਉਹਦੇ ਵਿੱਚ ਅਨੰਤ ਨੀਲ ਗਗਨ ਨੂੰ ਵੇਖ ਕੇ ਉਹਨਾਂ ਦੀਆਂ ਕਹਿ ਲਓ ਜੀ ਗੱਲਬਾਤ ਕਰਦੇ ਨੇ, ਉਹਨਾਂ ਦੀਆਂ ਇਸ ਹਵਾਵਾਂ ਛੂੰਹਦੀਆਂ ਸਾਰ ਨੂੰ, ਭਾਵ ਉਹਨਾਂ ਦੀ ਜੋ ਪੇਸ਼ਕਾਰੀ ਕੀਤੀ ਹੋਈ ਹੈ, ਜੋ ਗੱਲਾਂ ਦੱਸੀਆਂ ਨੇ ਜੀ, ਆਪਣਾ ਇਲਾਹੀ ਗੀਤ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਜੀ। ਅਤੇ ਆਪ ਕਵੀ ਵੀ ਸਨ, ਰਾਗ ਵਿਦਿਆ ਦੇ ਮਾਹਰ ਵੀ ਆ, ਬਲਵਾਨ ਕਲਪਨਾ ਦੇ ਮਾਲਕ ਵੀ ਹੈ। ਉਹਨਾਂ ਨੇ ਕੇਵਲ ਆਪਣੀ ਰਚਨਾ ਨੂੰ ਰਾਗਾਂ ਦੇ ਅਨੁਸਾਰ ਹੀ ਨਹੀਂ ਢਾਲਿਆ, ਸਗੋਂ ਉਹਨਾਂ ਨੂੰ ਪ੍ਰਕਿਰਤੀ ਦੀ ਹਰ ਸ਼ੈ, ਹਰ ਇੱਕ ਸਤਰ ਦੇ ਵਿੱਚ ਦਰਸਾਈ ਹੈ, ਪਰਚੀ ਹੈ, ਗਾਉਂਦੀ, ਅਤੇ ਅਕਾਲ ਪੁਰਖ ਦੀ ਜੋ ਆਰਤੀ ਕਰਦੀ ਜਾਪਦੀ ਆ। ਜਿਹੜੀ ਆਪਾਂ ਨੂੰ ਜਪਜੀ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਜੀ, ਉਹਦੀ ਜੋ ਬਾਣੀ ਹੋਈ ਹੈ ਜੀ, ਉਸ ਦੀ ਜੋ ਪੌੜੀ ਹੈ ਜੀ, ਉਸ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ, ਅਤੇ ਉਸ ਦੇ ਵਿੱਚ ਗੱਲਬਾਤ ਕਾਰੀ ਹੋ ਰਹੀ ਹੈ ਜੀ। ਉਸ ਦੇ ਵਿੱਚ ਧਰਮ, ਸੁੰਦਰ ਕੀਰਤਨ ਅਤੇ ਇੱਕਸਾਰ ਹੋ ਰਹੇ ਰਾਗਾਂ ਨਾਮਾਂ ਦਾ ਜੋ ਵਸਮਾਦ ਜੋ ਜਨਕ ਢੰਗ ਦੇ ਨਾਲ ਅਨੁਭਵ ਕਰਾਉਂਦੀ ਹੈ। ਇਹ ਗੱਲ ਖਾਸ ਤੌਰ 'ਤੇ ਜੀ ਕਿਹਨੇ ਬੋਲੀ ਹੈ ਜੀ? ਪੂਰਨ ਸਿੰਘ ਬੋਲ ਰਿਹਾ ਜੀ। ਗੁਰੂ ਨਾਨਕ ਦੇਵ ਜੀ ਦੀ ਜੋ ਬਾਣੀ ਹੈ ਜੀ, ਰੱਬੀ ਗੀਤ ਬਣਾਇਆ ਜੀ। ਨੀਲ ਗਗਨ ਭਾਵ ਜੋ ਕਹਿ ਲਿਓ ਜੀ ਸ੍ਰਿਸ਼ਟੀ ਦੀ ਜੋ ਪੇਸ਼ਕਾਰੀ ਕਰਦੇ ਨੇ ਜੀ, ਉਹਦੇ ਵਿੱਚ ਜੋ ਵਿਸ਼ੇ ਸੋਹੇ ਨੇ ਜੀ, ਰਾਗਾਂ ਦੀ ਗੱਲ ਕੀਤੀ ਹੈ, ਜੋ ਕਲਪਨਾ ਹੈਗੀ ਆ ਉਸ ਦੀ ਗੱਲ ਕੀਤੀ ਹੈ,
ਅਤੇ ਉਹਦੇ ਅਨੁਸਾਰ ਜੋ ਪ੍ਰਕਿਰਤੀ ਦਾ ਵਰਣਨ ਕਰਦੇ ਨੇ ਜੀ, ਉਹ ਆਪਾਂ ਨੂੰ ਇੱਕ ਅਲੱਗ ਹੀ ਲੈਵਲ ਦਾ ਵੇਖਣ ਨੂੰ ਮਿਲਦਾ। ਪਰਮਾਤਮਾ ਦੀ ਗੱਲ ਕਰਦੇ ਆ ਜੀ, ਉਸ ਅਕਾਲ ਪੁਰਖ ਦੀ ਜੋ ਆਰਤੀ ਕੀਤੀ ਹੋਈ ਹੈ ਜਪਜੀ ਸਾਹਿਬ ਦੀ, ਜੋ ਪੌੜੀ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ। ਪੌੜੀ ਕਿਹੜੀ ਹੈ, ਨੋਟ ਕਰ ਲਿਓ ਜੀ। ਉਸ ਤੋਂ ਬਾਅਦ ਜੋ ਕੀਰਤਨ ਨੇ ਜੀ, ਉਹਨਾਂ ਦੀ ਗੱਲ ਕੀਤੀ ਹੋਈ ਹੈ। ਜੋ ਇਕਸਾਰ ਹੈ, ਜੋ ਕਹਿ ਲਓ ਜੀ ਬਸ਼ਮਾਤ ਦੀ ਗੱਲ ਕੀਤੀ ਹੋਈ ਹੈ ਨਾਮਾਂ ਦੀ, ਠੀਕ ਹੈ, ਉਹ ਆਪਾਂ ਨੂੰ ਅਨੁਭਵ ਹੁੰਦਾ ਜੀ। ਉਹਦੀ ਇਹ ਉਦਾਹਰਨ ਦੇਖ ਲਿਓ ਜੀ, ਨੋਟ ਕਰ ਲੈਣਾ ਜੀ। ਉਸ ਤੋਂ ਬਾਅਦ ਉਹਨਾਂ ਨੇ ਕਹਿ ਲਓ ਜੀ ਇੱਕ ਅਟਲ ਨੇਮ ਦੇ ਵਿੱਚ ਜੀ ਸਾਰੀ ਪ੍ਰਕਿਰਤੀ ਦੀ ਗੱਲਬਾਤ ਕੀਤੀ ਹੋਈ ਹੈ। ਉਹਦੇ ਲਈ ਆਰਤੀ ਕਰਦੀ ਹੋਈ ਦਿਸੀ ਹੈ, ਜਿਸ ਦੇ ਬਾਰੇ ਗਗਨਮੇ ਥਾਲ ਦੀ ਆਪਾਂ ਗੱਲ ਕੀਤੀ ਹੈ। ਰਾਗ ਧਨਾਸਰੀ ਦੇ ਵਿੱਚ ਆਉਂਦਾ ਜੀ, ਇਹਦਾ ਜ਼ਿਕਰ ਖਾਸ ਤੌਰ 'ਤੇ ਨੋਟ ਕਰ ਲਿਓ ਜੀ। ਇਹ ਪ੍ਰਕਿਰਤੀ ਦਾ ਜੋ ਚਿਤਰਨ ਆਪਾਂ ਨੂੰ ਵੇਖਣ ਨੂੰ ਮਿਲਦਾ, ਉਹਦੀ ਭਾਵ ਆਰਤੀ ਕਰਦੀ ਹੋਈ ਦਿਸਦੀ ਹੈ, ਉਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਗੁਰੂ ਸਾਹਿਬ ਦੇ ਇੰਨੇ ਵੱਡੇ ਆਕਾਰ ਦੀ ਆਪਾਂ ਗੱਲ ਕਰ ਰਹੇ ਹਾਂ। ਗੁਰੂ ਸਾਹਿਬ ਦੇ ਇੰਨੇ ਵੱਡੇ ਆਕਾਰ ਦਾ ਕਾਵਮਈ ਚਿਤਰਨ ਕਲਪਨਾ ਵਿੱਚ ਲਿਆਉਣ ਦਾ ਸਰਬ ਸਰੋਤ ਆਪਾਂ ਗੱਲ ਕਰਦੇ ਹਾਂ ਜੀ, ਸਰਵਸ਼੍ਰੇਸ਼ਟ ਪ੍ਰਤਿਭਾ ਨੂੰ ਦਰਸਾਉਂਦਾ, ਸਿੱਧ ਕਰਦਾ ਗਾ। ਅਤੇ ਫਿਰ ਇੱਕ ਕਹਿ ਲਓ ਜੀ ਕਾਮਮਈ ਪ੍ਰਕਾਸ਼ ਤਾਂ ਉਹਨਾਂ ਦੀ ਕਹਿ ਲਓ ਜੀ ਉੱਚ ਕਹਿ ਲਓ ਜੀ ਦਰਜੇ ਦਾ ਕਵੀ ਬਣਾਉਂਦਾ ਗਾ, ਮਾਣ ਦਿੰਦਾ ਗਾ। ਕਲਪਨਾ ਦੀ ਉਡਾਰੀ ਦੀ ਗੱਲ ਕਰਦੇ ਹਾਂ। ਭਾਵਾਂ ਦਾ ਸ਼ਾਂਤ ਚਿੱਤ ਹੋਣ ਦੇ ਪੱਖ ਤੋਂ ਆਪਾਂ ਗੱਲ ਕਰਦੇ ਹਾਂ ਜੀ। ਰਾਗ ਸਿਰੀ ਦੇ ਵਿੱਚ ਆਏ ਹੋਏ ਜਿਹੜੇ ਸ਼ਬਦ ਨੇ ਜੀ, ਉਹ ਇਹ ਤੁਸੀਂ ਨੋਟ ਕਰ ਲਿਓ ਜੀ ਉਹਨਾਂ ਦੀ ਬਾਣੀ ਦੇ, ਕਿ ਇਹਨਾਂ ਤੋਂ ਤੁਸੀਂ ਵੇਖ ਸਕਦੇ ਨੇ ਅਤੇ ਉੱਚ ਪਾਏ ਦੇ ਹਨ ਜੀ ਇਹਨਾਂ ਦੇ। ਜਾਂ ਆਪਾਂ ਸ਼ਬਦਾਂ ਦੀ ਗੱਲ ਕਰੀਏ ਜੀ, ਰਾਗ ਸਿਰੀ ਦੀ ਆਪਾਂ ਗੱਲ ਕਰੀਏ, ਉਹਦੇ ਵਿੱਚ ਜੋ ਸ਼ਬਦ ਨੇ ਜੀ ਉਹ ਨੋਟ ਕਰ ਲਿਓ ਜੀ, ਕਿ ਇਹ ਉੱਚ ਦਰਜੇ ਦੇ ਨੇ। ਕਿਸ ਤਰ੍ਹਾਂ ਦੇ ਨੇ ਜੀ, ਇਹ ਸ਼ਬਦਾਂ ਨੂੰ ਨੋਟ ਕਰ ਲੈਣਾ ਜੀ। ਇਹ ਤੁਹਾਨੂੰ ਮੋਤੀ ਮੰਤਰ ਦੀ ਗੱਲ ਕਰ ਰਿਹਾ ਸੀ। ਭਾਵਾਂ ਦੀ ਜੋ ਤੀਬਰਤਾ ਦੇ ਅਹਿਸਾਸ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਨੇ ਜੋ ਬਾਣੀ ਲਿਖੀ ਹੈ ਜੀ, ਉਸ ਦੀਆਂ ਲੈਣਾ ਨੇ, ਠੀਕ ਹੈ। ਉਹ ਇਹਨਾਂ ਦੀ ਖਾਸ ਵਿਸ਼ੇਸ਼ਤਾ ਹੈਗੀ ਹੈ ਜੀ। ਕਾਫੀ ਆਪਾਂ ਗੱਲ ਕਰੀਏ ਜੀ, ਮੋਰੀ ਰੁਣ ਚੁਣ ਲਾਇਆ ਜੀ ਵਾਲਾ ਜੋ ਵਡਹੰਸ ਰਾਗ ਦਾ ਸ਼ਬਦ ਕਾਫੀ ਵਿਸ਼ੇਸ਼ਤਾ ਰੱਖਦਾ ਜੀ। ਜੋ ਪ੍ਰਕਿਰਤੀ ਵਰਣਨ ਸੁੰਦਰਤਾ ਨੂੰ ਬਿਆਨ ਕਰਨ ਦੀ ਗੱਲਬਾਤ ਹੋ ਰਹੀ ਹੈ ਜੀ। ਜੋ ਉਚਾਈਆਂ ਨੇ ਜੀ, ਗੁਰੂ ਸਾਹਿਬ ਨੇ ਕਵਿਤਾ ਦੇ ਵਿੱਚ ਰਾਗ ਤੁਖਾਰੀ ਦੀ ਗੱਲ ਹੁੰਦੀ ਹੈ ਜੀ। ਜੋ 12 ਮਾਹ ਦੇ ਵਿੱਚ ਛੋਹੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ। ਜੋ ਨਿਰਸ ਦੇ ਆਪਾਂ ਗੱਲ ਕਰ ਸਕਦੇ ਹਾਂ ਜੀ, ਆਪਣੀ ਰਚਨਾ ਦੇ ਉਹਨਾਂ ਨੇ ਗੁਰੂ ਸਾਹਿਬ ਨੇ ਪੇਸ਼ ਕੀਤਾ, ਵਿਸ਼ਾਲ ਹਨ। ਅਤੇ ਇਹਨਾਂ ਦੇ ਬਿਨਾਂ ਉਹਨਾਂ ਨੇ ਕੀ ਕੀਤਾ ਜੀ, ਬਿਨਾਂ ਕਿਸੇ ਝਿਜਕ ਤੋਂ ਇਸ ਪਰੰਪਰਾ ਨੂੰ ਉੱਚ ਕੋਟੀ ਦੀ ਕਵਿਤਾ ਕਿਹਾ ਜਾ ਸਕਦਾ ਜੀ। ਗੁਰੂ ਸਾਹਿਬ ਨੇ ਜੋ ਪੇਸ਼ਕਾਰੀ ਕੀਤੀ ਹੈ ਜੀ, ਠੀਕ ਹੈ ਜੀ, ਪ੍ਰਕਿਰਤੀ ਸੁੰਦਰਤਾ ਦੀ ਜੋ ਛੋਹੀਆਂ ਨੇ, ਉਚਾਈਆਂ ਭਾਵ ਵੱਖ-ਵੱਖ ਵਿਸ਼ਿਆਂ ਦੇ ਵਿੱਚ ਜੋ ਵਿਸ਼ੇਸ਼ਤਾ ਦਿੱਤੀ ਹੈ, ਵਰਣਨ ਕੀਤਾ ਜੀ, ਉਹ ਹੋਰ ਕਿਤੇ ਨਹੀਂ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ। ਕੁਦਰਤ ਦਾ ਇਹ ਸੁੰਦਰ ਬਿਆਨ ਇਕਾਂਤਵਾਦੀ ਅਤੇ ਅਪਸਾਰਵਾਦੀ ਵੀ ਨਹੀਂ, ਸਗੋਂ ਜਿਉਂਦਾ ਜਾਗਦਾ ਅਤੇ ਹਰ ਇੱਕ ਦੇ ਮਾਨਣ ਵਾਲਾ ਸੋਝ ਹੈ, ਜੋ ਸੁਗਿਰਦੇ ਦੇ ਬਿਸਮਾਦਮਈ ਸੁਭਾਅ ਅਤੇ ਰਹੱਸ ਵਿੱਚੋਂ ਪ੍ਰਗਟ ਹੁੰਦਾ ਗਾ। ਇਹ ਖਾਸ ਚੀਜ਼ਾਂ ਨੋਟ ਕਰ ਲਿਓ ਜੀ। ਆਮ ਜੀਵਨ ਦੀ ਗੱਲਬਾਤ ਕਰਦੇ ਨੇ ਜੀ। ਜੀਵਨ ਦੀ ਕਠੋਰਤਾ ਸਥੂਲਤਾ ਦੇ ਵਿੱਚ ਇਸ ਤਰ੍ਹਾਂ ਜਕੜਿਆ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਕਹਿ ਲਓ ਜੀ ਰੋਮਾਂਚਕ ਚੁਗਿਰਦੇ ਦਾ ਖਿਆਲ ਨਹੀਂ ਆਉਂਦਾ, ਖਿਆਲ ਨਹੀਂ ਰਹਿੰਦਾ ਜੀ। ਕੇਵਲ ਕਲਾਕਾਰ ਦੇ ਮਨ ਹੀ ਹੈ, ਆਪਾਂ ਗੱਲ ਕਰਦੇ ਹਾਂ ਜੀ, ਇੱਕ ਕਲਾਕਾਰ ਦਾ ਮਨ ਹੀ ਹੈ ਉਹਨਾਂ ਸੋਝ ਆਨੰਦ ਨੂੰ ਦੀ ਮੁਦਰਾ ਦੇ ਵਿੱਚ ਕਹਿ ਲਓ ਜੀ ਪਹੁੰਚਦਾ ਗਾ। ਸ਼ਬਦਾਂ ਦੀ ਘਾਟਤਾ ਜੜਤਾ ਦੀ ਚੋਣ ਦੇ ਪੱਖ ਤੋਂ ਗੁਰੂ ਸਾਹਿਬ ਦੀ ਬਾਣੀ ਹਰ ਸਤਰ ਆਪਣੇ ਆਪ ਦੇ ਵਿੱਚ ਹੀਰਿਆਂ ਦੀ ਕਹਿ ਲਓ ਜੀ ਜਿਸ ਤਰ੍ਹਾਂ ਲੜੀ ਹੁੰਦੀ ਹੈ ਜੀ, ਜੜੀ ਹੁੰਦੀ ਹੈ, ਉਸ ਦੀ ਉਹ ਗੱਲਬਾਤ ਕਰਦੇ ਆ ਜੀ। ਇਸ ਤਰ੍ਹਾਂ ਦੀ ਉਹਨਾਂ ਦੀ ਰਚਨਾ ਹੈਗੀ ਹੈ, ਇਸ ਦਰਜੇ ਦੀ ਹੈ। ਇਹਨਾਂ ਸ਼ਬਦਾਂ ਦੀ ਆਪਾਂ ਗੱਲ ਕਰੀਏ ਜੀ, ਮੁੱਖ ਖਜ਼ਾਨਾ ਭੰਡਾਰ ਹੈ ਜੋ ਸਾਡਾ ਵਿਰਸਾ ਹੈਗਾ, ਜਿਸ ਉੱਤੇ ਅਸੀਂ ਸਦਾ ਹੀ ਮਾਣ ਕਰਦੇ ਹਾਂ। ਅਤੇ ਗੁਰੂ ਸਾਹਿਬ ਜੀ ਦੀ ਰਚਨਾ ਦੇ ਵਿੱਚ ਇਹ ਵਾਧਾ ਬਾਵਜੂਦ ਇੰਨੀ ਕਹਿ ਲਓ ਜੀ ਬਹੁਪੱਖੀ ਕਲਾ ਦਾ ਪ੍ਰਯੋਗ ਦੀ ਉਚੇਚ ਦੇ ਪ੍ਰਭਾਵ ਕਿਤੇ ਹੋਰ ਕਿਸੇ ਦੀ ਆਪਾਂ ਗੱਲ ਕਰੀਏ ਜੀ ਵੇਖਣ ਨੂੰ ਨਹੀਂ ਮਿਲਦਾ। ਜੋ ਉਹਨਾਂ ਦਾ ਜੋ ਪ੍ਰਭਾਵ ਹੈ ਬਹੁਪੱਖੀ ਪ੍ਰਯੋਗ ਕੀਤੇ ਨੇ ਜੀ, ਹੋਰ ਕਿਸੇ ਦੁਆਰਾ ਵੇਖਣ ਨੂੰ ਨਹੀਂ ਮਿਲਦੇ ਜੀ। ਸਹਿਜ ਸੁਭਾਅ ਦੀ ਗੱਲ ਕਰਦੇ ਨੇ ਜੀ, ਸਰਲਤਾ ਦੀ ਗੱਲ ਕਰਦੇ ਨੇ, ਰਵਾਨੀ ਦੀ ਗੱਲ ਕਰਦੇ ਨੇ, ਰਵਾਨੀ ਤੋਂ ਸੰਜਮ ਦੀ, ਇਹ ਪੱਖਾਂ ਨੂੰ ਉਹਨਾਂ ਦੀ ਰਚਨਾ ਦੇ ਵਿੱਚ ਵੇਖਿਆ ਜਾ ਸਕਦਾ। ਉਪਮਾ ਕੀਤੀ ਹੋਈ ਹੈ ਜੀ, ਜਿੰਨੀ ਵੀ ਉਹਨਾਂ ਨੇ ਉਪਮਾ ਕੀਤੀ ਹੈ ਥੋੜ੍ਹੀ ਹੈ, ਪਰ ਰਚਨਾ ਦੀ ਆਪਾਂ ਗੱਲ ਕਰਦੇ ਹਾਂ ਜੀ ਬੌਧਿਕ ਪੱਧਰ ਤੋਂ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਕਹਿ ਲਓ ਜੀ ਉੱਚ ਪਾਏ ਦੀ ਹੈ।
ਉਹ ਕਈ ਤੁਕਾਂ ਨੇ ਜੀ ਜੋ ਮੁਹਾਵਰੇ ਅਤੇ ਅਖਾਣ ਬਣ ਕੇ ਲੋਕਾਂ ਦੇ ਜੀਵਨ ਦੀ ਅਗਵਾਈ ਕਰਦੀਆਂ ਨੇ। ਅਤੇ ਹਰ ਰਸ ਬਾਣੀ ਦੇ ਵਿੱਚ ਲਿਖਿਆ ਜੀ ਉਹਨਾਂ ਨੇ ਰਸਾਂ ਦੀ ਅਲੱਗ-ਅਲੱਗ ਰਸਾਂ ਦੀ ਵਰਤੋਂ ਕੀਤੀ ਹੈ, ਜਿਹਦੀ ਆਪਾਂ ਅੱਗੇ ਐਗਜ਼ਾਮਪਲਾਂ ਦੇਖਦੇ ਹਾਂ ਜੀ। ਉਹਨਾਂ ਨੇ ਵੰਨ ਸੁਵੰਨਤਾ ਦੀ ਗੱਲ ਕੀਤੀ ਹੈ ਜੀ, ਸ਼ਬਦ ਚੋਣ, ਸੂਖਮ ਖਿਆਲ, ਭਾਵ ਚਿੱਤਰਾਂ, ਦ੍ਰਿਸ਼ ਚਿੱਤਰਾਂ ਅਤੇ ਨਾਦ ਚਿੱਤਰਾਂ ਦੀ ਵਰਤੋਂ ਕੀਤੀ ਹੈ, ਜੋ ਸਾਡੇ ਕਵੀਆਂ ਦੇ ਲਈ ਕਹਿ ਲਓ ਜੀ ਇੱਕ ਆਦਰਸ਼ ਬਣਦੇ ਨੇ। ਉਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੀ ਜੋ ਪ੍ਰਗੀਤ ਹੈ ਉਸ ਦੀ ਗੱਲ ਕਰਦੇ ਨੇ, ਵਰਤਾਂਤੀ ਦੀ ਗੱਲਬਾਤ ਕਰਦੇ ਨੇ ਜੀ। ਉਹਨਾਂ ਨੂੰ ਚੰਗਾ ਰਸ ਬੰਨ੍ਹਿਆ ਗਾ ਅਤੇ ਜੋ ਰੂਪ ਜਾਂ ਕਲਾ ਦੇ ਪੱਖ ਤੋਂ ਜੋ ਉਦਾਹਰਨਾਂ ਨੇ ਜੀ ਉਹ ਪੇਸ਼ ਕੀਤੀਆਂ ਨੇ, ਉਹ ਦੇਖਦੇ ਹਾਂ ਜੀ। ਆਪਾਂ ਸ਼ਿੰਗਾਰ ਰਸ ਦੀ ਆਪਾਂ ਗੱਲ ਕਰੀਏ ਜੀ, ਉਹਨਾਂ ਨੇ ਬਾਣੀ ਦੇ ਵਿੱਚ ਕਿੱਥੇ ਕਿੱਥੇ ਵਰਤਿਆ ਜੀ, ਉਹ ਆਪਾਂ ਨੋਟ ਕਰ ਲਓ ਜੀ। ਸ਼ਿੰਗਾਰ ਰਸ ਦੀ ਜੋ ਐਗਜ਼ਾਮਪਲ ਹੈਗੀ ਹੈ ਜੀ ਉਹਨਾਂ ਦੀ ਬਾਣੀ ਦੇ ਵਿੱਚੋਂ, ਠੀਕ ਹੈ ਜੀ। ਇਹ ਲੈਣਾ ਨੇ ਜੀ, ਮੋਰੀ ਰੁਣਚੁਣ ਲਾਈਆ ਜੀ, ਇਹ ਵਾਲਾ ਪੈਨੇ ਸਾਬਣ ਆਇਆ, ਇਹ ਲੈਣਾ ਨੇ ਜੀ। ਇਹਦੇ ਵਿੱਚ ਸ਼ਿੰਗਾਰ ਰਸ ਦੀ ਜੋ ਐਗਜ਼ਾਮਪਲ ਹੈਗੀ ਹੈ ਜੀ, ਇਹ ਇਸ ਦੀ ਪੇਸ਼ਕਾਰੀ ਕਰਦੀਆਂ ਨੇ, ਨੋਟ ਕਰ ਲੈਣਾ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਜੋ ਅਦਭੁਤ ਰਸ ਹੈ ਉਹ ਕਿਹਦੇ ਵਿੱਚ ਵੇਖਣ ਨੂੰ ਮਿਲਦਾ ਜੀ, ਵਿਸਮਾਦ, ਨਾਦ, ਵਿਸਮਾਦ, ਵੇਦ, ਇਸ ਤਰ੍ਹਾਂ ਦੀਆਂ ਜੋ ਲੈਣਾ ਨੇ ਜੀ ਗੁਰੂ ਸਾਹਿਬ ਦੀਆਂ, ਇਹ ਨੋਟ ਕਰ ਲੈਣਾ ਜੀ। ਕਿਹੜਾ ਰਸ ਹੈ? ਅਦਭੁਤ ਰਸ ਹੈ, ਉਹਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ। ਅੱਗੇ ਰਸ ਦੀ ਆਪਾਂ ਗੱਲ ਕਰਦੇ ਹਾਂ ਜੀ, ਕਰੁਣਾ ਰਸ ਜੋ ਵੇਖਣ ਨੂੰ ਮਿਲਦਾ ਜੀ, ਉਹਦੀਆਂ ਲੈਣਾ ਨੇ ਜੀ। ਇਹ ਵਾਲਾ ਐਗਜ਼ਾਮਪਲ ਤੁਸੀਂ ਨੋਟ ਕਰ ਲਿਓ ਜੀ, ਕਰੁਣਾ ਰਸ ਦੀਆਂ। ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਸ਼ਾਂਤ ਰਸ। ਸ਼ਾਂਤ ਰਸ ਦੀ ਜੋ ਐਗਜ਼ਾਮਪਲ ਹੈ ਜੀ, ਇਹ ਵਾਲੀਆਂ ਬਾਣੀ ਦੀਆਂ ਲੈਣਾ ਨੇ ਜੀ, ਇਹ ਨੋਟ ਕਰ ਲਿਓ ਜੀ। ਇਹਦੇ ਵਿੱਚ ਉਹਨਾਂ ਨੇ ਕਿਹੜੇ ਰਸ ਦੀ ਗੱਲ ਕੀਤੀ ਹੈ ਜੀ? ਸ਼ਾਂਤ ਰਸ ਦੀ। ਫਿਰ ਆਪਾਂ ਗੱਲ ਕਰਦੇ ਹਾਂ ਜੀ ਭਿਆਨਕ ਰਸ। ਭਿਆਨਕ ਰਸ ਦੇ ਵਿੱਚ ਇਹ ਲੈਣਾ ਨੇ ਜੀ, ਇਹਨਾਂ ਨੂੰ ਨੋਟ ਕਰ ਲੈਣਾ ਜੀ, ਜੋ ਭਿਆਨਕ ਰਸ ਦੀ ਜੋ ਪੇਸ਼ਕਾਰੀ ਕਰਦੀਆਂ ਨੇ। ਉਸ ਤੋਂ ਬਾਅਦ ਜੋ ਬੀਵਤਸ ਰਸ ਹੋਇਆ ਜੀ, ਉਸ ਦੀ ਜੋ ਪੇਸ਼ਕਾਰੀ ਕਰਦੀਆਂ ਨੇ ਜੀ, ਇਹ ਵਾਲੀਆਂ ਲੈਣਾ ਨੇ ਜੀ, ਨੋਟ ਕਰ ਲਿਓ ਜੀ। ਇਹਦੇ ਵਿੱਚ ਜੋ ਪੇਸ਼ਕਾਰੀ ਹੋਈ ਹੈ ਜੀ ਉਹ ਖਾਸ ਤੌਰ 'ਤੇ। ਉਸ ਤੋਂ ਇਲਾਵਾ ਆਪਾਂ ਗੱਲਬਾਤ ਕਰਦੇ ਹਾਂ ਜੀ ਜੋ ਰਸਾਂ ਤੋਂ ਬਿਨਾਂ ਜੀ, ਰੌਦਰ ਰਸ, ਹਾਸ ਰਸ ਆਦਿ ਵੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਪ੍ਰਾਪਤ ਹੋਏ ਨੇ। ਅਨੇਕ ਸੰਦਾਂ ਦੇ ਵਿੱਚ ਕਹਿ ਲਓ ਜੀ, ਗੱਲਬਾਤ ਕਰਦੇ ਹਾਂ ਜੀ, ਅਨੇਕ ਸੰਦਾਂ ਦੇ ਵਿੱਚ ਕਹਿ ਲਓ ਜੀ ਉਹਨਾਂ ਨੇ ਕੁਸ਼ਲਤਾ ਦੇ ਨਾਲ, ਬੜੀ ਹੀ ਕੁਸ਼ਲਤਾ ਦੇ ਨਾਲ ਨਿਭਾਇਆ ਗਾ, ਇਹ ਚੀਜ਼ਾਂ ਨੂੰ ਪੇਸ਼ ਕੀਤਾ ਗਾ, ਜਿਨ੍ਹਾਂ ਵਿੱਚੋਂ ਦੋਹਰਾ ਦੀ ਗੱਲਬਾਤ ਹੁੰਦੀ ਹੈ ਜੀ, ਜੋ ਕਿਹੜੇ ਨੇ ਜੀ, ਠੀਕ ਹੈ ਜੀ, ਸੋਠਾ, ਸਵਈਆ, ਠੀਕ ਹੈ ਜੀ, ਆਦਿ ਜੋ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ। ਇਹ ਨੋਟ ਕਰ ਲੈਣਾ ਜੀ, ਕਿਹੜੇ ਛੰਦਾਂ ਦੇ ਵਿੱਚ ਉਹਨਾਂ ਨੇ ਬਾਣੀ ਨੂੰ ਲਿਖਿਆ ਜੀ, ਉਹਨਾਂ ਦੀਆਂ ਐਗਜ਼ਾਮਪਲਾਂ ਨੇ। ਦੋਹਰਾ ਦੀ ਗੱਲ ਹੋਈ ਹੈ, ਸਵਈਆ ਦੀ ਗੱਲ ਹੋਈ ਹੈ ਜੀ। ਸੰਦਾਂ ਦੇ ਨਾਲ ਕਹਿ ਲਓ ਜੀ ਗੁਰੂ ਸਾਹਿਬ ਨੇ ਅਲੰਕਾਰ ਯੋਜਨਾ ਵੀ ਕਹਿ ਲਓ ਜੀ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ। ਗੁਰੂ ਸਾਹਿਬ ਨੇ ਜੋ ਅਲੰਕਾਰ ਵਰਤੇ ਨੇ ਜੀ, ਉਹਨਾਂ ਦੀ ਗੱਲਬਾਤ ਵੀ ਕਰਦੇ ਹਾਂ ਆਪਾਂ, ਜਿਸ ਵਿੱਚ ਉਪਮਾ, ਰੂਪਕ, ਦ੍ਰਿਸ਼ਟਾਂਤ ਅਤੇ ਕਥਨੀ ਦਾ ਉਲੇਖ, ਅਨੁਪਰਾਸ ਵਿਸ਼ੇਸ਼ ਤੌਰ 'ਤੇ ਵਰਣਨਯੋਗ ਨੇ, ਜਿਹਦੀਆਂ ਆਪਾਂ ਗੱਲਬਾਤ ਕਰਦੇ ਨੇ ਜੀ। ਐਗਜ਼ਾਮਪਲ ਕਿਹੜੀਆਂ ਨੇ? ਅਤਕਥਨੀ ਦੀ ਆਪਾਂ ਗੱਲ ਕਰੀਏ ਜੀ, ਅਤਕਥਨੀ ਜਿਹੜਾ ਹੈਗਾ ਜੀ ਅਲੰਕਾਰ ਕਿੱਥੇ ਵਰਤਿਆ, ਇਹ ਨੋਟ ਕਰ ਲੈਣਾ ਜੀ। ਇਹ ਵਾਲੀਆਂ ਉਹਨਾਂ ਦੀਆਂ ਕਹਿ ਲਓ ਜੀ ਲੈਣਾ ਨੇ ਬਾਣੀ ਦੀਆਂ, ਉਹ ਨੋਟ ਕਰ ਲਿਆ ਜੀ। ਉਪਮਾ ਅਲੰਕਾਰ ਦੀ ਆਪਾਂ ਗੱਲ ਕਰੀਏ ਜੀ, ਜੈਸੇ ਜਲਮੇ, ਇਹ ਵਾਲੀਆਂ ਜੋ ਲੈਣਾ ਨੇ ਜੀ, ਇਹ ਜੋ ਬਾਣੀ ਦੀਆਂ ਉਹ ਤੁਸੀਂ ਨੋਟ ਕਰ ਸਕਦੇ ਹੋ ਜੀ। ਗੁਰੂ ਸਾਹਿਬ ਦੀ ਬਾਣੀ ਦੀ ਗੱਲਬਾਤ ਕਰ ਰਹੇ ਹਾਂ ਜੀ, ਉਹਦੇ ਵਿੱਚ ਅਣਗਿਣਤ ਤੁਕਾਂ ਨੇ, ਅਟੱਲ ਸੱਚਾਈਆਂ ਨੇ, ਰੂਪ ਧਾਰ ਕੇ ਜੀਵਨ ਦੀ ਕਹਿ ਲਓ ਜੀ ਜੀਵਨ ਦਾ ਅੰਗ ਬਣ ਚੁੱਕੀਆਂ ਨੇ। ਉਹਨਾਂ ਵਿੱਚ ਆਮ ਲੋਕਾਂ ਦੇ ਜੀਵਨ ਦੀ ਕਹਿ ਲਓ ਜੀ ਆਪਣੇ ਮਤਾਂ ਵਿਚਾਰਾਂ ਦੀ ਪੁਸ਼ਟੀ ਕਰਨ ਦੇ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਆਪਾਂ ਗੱਲਬਾਤ ਕਰਦੇ ਨੇ ਜੀ, ਕੁਛ ਐਗਜ਼ਾਮਪਲਾਂ ਨੇ ਇਹ ਜਿਨ੍ਹਾਂ ਦੇ ਬਾਰੇ, ਜਿਵੇਂ ਹੱਕ ਪਰਾਇਆ ਨਾਨਕਾ ਜੀ, ਇਹ ਆਪਾਂ ਆਮ ਹੀ ਸ਼ਬਦ ਵਰਤਦੇ ਹਾਂ ਜੀ। ਉਸ ਤੋਂ ਬਾਅਦ ਮਿੱਠ ਤਨੀਵੀਂ ਨਾਨਕਾ, ਠੀਕ ਹੈ ਜੀ, ਗੁਣ ਚੰਗਿਆਈਆਂ ਤਾਂ, ਇਸ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਾਮਪਲਾਂ ਨੇ ਜੀ ਤੁਸੀਂ ਨੋਟ ਕਰ ਲੈਣਾ। ਕਿਹੜੇ ਸ਼ਬਦ ਨੇ ਜੀ ਗੁਰੂ ਸਾਹਿਬ ਦੇ ਜੋ ਆਮ ਲੋਕ ਨੋਰਮਲ ਹੀ ਵਰਤਦੇ ਨੇ, ਆਪਦੀ ਚੀਜ਼ ਨੂੰ, ਆਪਦੇ ਮਤ ਨੂੰ, ਆਪਦੇ ਵਿਚਾਰਾਂ ਨੂੰ ਪੇਸ਼ ਕਰਨ ਦੇ ਲਈ। ਇਸ ਤੋਂ ਇਲਾਵਾ ਜੀ ਉਹਨਾਂ ਦੀਆਂ ਕਹਿ ਲਓ ਜੀ ਅਣਗਿਣਤ ਉਦਾਹਰਨਾਂ ਹੀ ਆਪਾਂ ਵੇਖ ਸਕਦੇ ਨੇ। ਗੁਰੂ ਸਾਹਿਬ ਦੀ ਕਹਿ ਲਓ ਜੀ ਸਮੁੱਚੀ ਕਾਵਿ ਰਚਨਾ ਸਾਡੇ ਕਹਿ ਲਓ ਜੀ ਸਾਹਿਤ ਦਾ ਅਮਰ ਖਜ਼ਾਨਾ ਹੈਗਾ। ਉਹਨਾਂ ਦੀਆਂ ਕਵਿਤਾਵਾਂ ਦੀ ਆਪਾਂ ਗੱਲ ਕਰੀਏ ਜੀ, ਜੋ ਇੱਕ ਕਵੀ ਦੁਆਰਾ ਲਿਖੇ ਨੇ, ਮਾਣਮੱਤੀਆਂ ਨੇ ਜੀ। ਅਤੇ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਜੀ ਪੰਜਾਬੀ ਸਾਹਿਤ ਅਤੇ
ਆਪਾਂ ਕਵਿਤਾ ਦੀ ਗੱਲ ਕਰ ਰਹੇ ਹਾਂ, ਇਤਿਹਾਸ ਵਿੱਚ ਗੁਰੂ ਸਾਹਿਬ ਦੀ ਜੋ ਕਲਾ ਅਤੇ ਪ੍ਰਤਿਭਾ ਦੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ, ਉਹ ਸਦਾ ਕਹਿ ਲਓ ਜੀ ਇੱਕ ਮਿਸਾਲ ਬਣਦੀ ਹੈ ਜੀ। ਜੋ ਉਹਨਾਂ ਨੇ ਇਸ ਤਰ੍ਹਾਂ ਦੀ ਜੋ ਸੰਦ ਅਲੰਕਾਰ ਰਸ ਵਰਤੇ ਨੇ ਜੀ, ਉਸ ਦਾ ਮੁਕਾਬਲਾ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦਾ। ਇਤਿਹਾਸ ਵਿੱਚ ਕਹਿ ਲਓ ਜੀ, ਕਲਾ ਦੇ ਵਿੱਚ ਆਪਾਂ ਗੱਲਬਾਤ ਕਰੀਏ ਤਾਂ ਉਹਦੀ ਕੋਈ ਹੋਰ ਐਗਜ਼ਾਮਪਲ ਵੇਖਣ ਨੂੰ ਨਹੀਂ ਮਿਲਦੀ। ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੇ ਸੰਵਾਦਾਂ ਦੇ ਰਾਹੀਂ ਜੀ, ਜੋ ਧਰਮ ਕਾਂਡ, ਰੀਤੀ ਰਿਵਾਜ਼ਾਂ, ਵਹਿਮਾਂ ਭਰਮਾਂ, ਜਾਤਾਂ ਦੇ ਕਹਿ ਲਓ ਜੀ ਜੋ ਪੇਸ਼ਕਾਰੀ ਕੀਤੀ ਹੈ ਜੀ, ਉਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਇਹਨਾਂ ਸੰਵਾਦਾਂ ਦੇ ਰਾਹੀਂ ਕਹਿ ਲਓ ਜੀ ਮੌਲਿਕ ਅਤੇ ਵਿਚਿੱਤਰ ਪੱਖ ਆਪਾਂ ਨੂੰ ਵੇਖਣ ਨੂੰ ਮਿਲਦਾ। ਜੋ ਕਹਿ ਲਓ ਜੀ ਮਾਨਤਾਵਾਂ ਨੇ ਉਸ ਸਮੇਂ ਦੀਆਂ, ਜੋ ਸਥਾਪਨਾਵਾਂ ਨੇ, ਜੋ ਕੂੜ ਰੀਤੀ ਰਿਵਾਜ਼ਾਂ ਨੇ, ਤਾਂ ਉਹਨਾਂ ਦੇ ਉੱਪਰ ਜੋ ਕਹਿ ਲਓ ਜੀ ਸਵਾਲ ਉਠਾਏ ਨੇ, ਉਹ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸੀ ਉਹਦੀ ਵਿਰੋਧਤਾ ਕਰਦੇ ਨੇ ਗੁਰੂ ਸਾਹਿਬ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ। ਅਤੇ ਉਹਨਾਂ ਦੁਆਰਾ ਕਹਿ ਲਓ ਜੀ ਜੋ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਇਹ ਚੀਜ਼ਾਂ ਪ੍ਰਵਾਨ ਨਹੀਂ ਹੁੰਦੀਆਂ, ਤਾਂ ਜੋ ਝੂਠੇ ਲੋਕ ਦਾਅਵੇ ਕਰਦੇ ਨੇ ਜੀ, ਉਹਨਾਂ ਦੇ ਵਿੱਚ ਕੋਈ ਦਮ ਨਹੀਂ। ਜੋ ਪਖੰਡ ਕਰ ਰਹੇ ਆ ਜੀ ਲੋਕ, ਉਹਦੇ ਵਿੱਚ ਉਹਦੀ ਗੱਲਬਾਤ ਕਰ ਰਹੇ ਨੇ ਜੀ। ਤਾਂ ਇਸ ਢੰਗ ਦੇ ਨਾਲ ਕਹਿ ਲਓ ਜੀ ਉਹਨਾਂ ਨੇ ਹਿੰਦੂਆਂ, ਮੁਸਲਮਾਨਾਂ, ਯੋਗੀਆਂ ਦੇ ਨੂੰ ਇਹ ਦਰਸਾਇਆ ਹੀ ਨਹੀਂ, ਸਗੋਂ ਇਸ ਦੇ ਕਾਬਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਇਸ ਦੇ ਕਹਿ ਲਓ ਜੀ ਕਾਬਲ ਵੀ ਬਣਨ ਦੀ ਕੋਸ਼ਿਸ਼ ਕਰਨ, ਉਹਨਾਂ ਨੇ ਐਗਜ਼ਾਮਪਲ ਵੀ ਸੈੱਟ ਕਰਨ ਨੂੰ ਕਿਹਾ ਗਾ। ਇਹ ਗੱਲ ਆਪਾਂ ਨੂੰ ਖਾਸ ਤੌਰ 'ਤੇ ਵੇਖਣ ਨੂੰ ਮਿਲਦੀ ਹੈ ਕਿ ਉਹਨਾਂ ਨੇ ਕਿਹਾ ਕਿ ਇਕੱਲੇ ਸਿਧਾਂਤ ਅਪਣਾਉਣ ਨਹੀਂ, ਇਕੱਲੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਅਪਣਾਉਣੇ ਚਾਹੀਦੇ ਨੇ, ਜਿਸ ਤੋਂ ਲੋਕ ਸਿੱਖ ਸਕਣ, ਉਹਨਾਂ ਨੂੰ ਅਪਣਾ ਸਕਣ, ਉਹਨਾਂ ਦੇ ਲਈ ਇੱਕ ਆਦਰਸ਼ ਬਣ ਸਕਣ। ਇਸ ਤਰ੍ਹਾਂ ਦੀ ਜੀਵਨ ਵਿੱਚ ਪੇਸ਼ਕਾਰੀ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੱਸਿਆ ਗਿਆ, ਰਾਸਤੇ ਪਾਇਆ। ਜੋ ਜੋਗੀਆਂ ਦੇ ਨਾਲ ਉਹਨਾਂ ਦੇ ਕਹਿ ਲਓ ਜੀ ਵਾਰਤਾ ਹੁੰਦੀ ਹੈ, ਜਿਸ ਦੀ ਐਗਜ਼ਾਮਪਲ ਨੋਟ ਕਰ ਲੈਣਾ ਜੀ। ਉਹਨਾਂ ਨੇ ਹਿੰਦੂ ਕੇ ਘਰ ਹਿੰਦੂ ਆਵੇ, ਠੀਕ ਹੈ ਜੀ, ਉਸ ਦੇ ਨਾਲ ਸੰਬੰਧਿਤ ਹੈ ਜੀ। ਉਹਨਾਂ ਦੀ ਗੁਰੂ ਸਾਹਿਬ ਜੀ ਦੀ ਬਾਣੀ ਹੈ ਜੀ, ਜੋ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਬਣਦੀ ਹੈ। ਕਾਵਿ ਜੋ ਭਾਸ਼ਾ ਹੈਗੀ ਹੈ ਜੀ, ਲੋਕ ਕੰਠ ਦੀ ਬੋਲੀ ਤੱਕ ਸੀਮਿਤ ਨਾ ਹੋ ਕੇ ਜੀ ਬਿਲਕੁਲ ਹੀ ਕਹਿ ਲਓ ਜੀ ਵੱਖਰੀ ਅਤੇ ਨਿਖੜਵੀਂ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਇਸ ਪ੍ਰਕਾਰ ਉਹਨਾਂ ਦੀ ਜੋ ਮੁਹਾਵਰੇ ਨੇ ਜੀ, ਜੋ ਸਰੋਦੀ ਮੁਹਾਵਰੇ ਨੇ ਜੀ, ਸ਼ੇਖ ਫਰੀਦ ਨੇ ਆਪਣੀ ਭਾਸ਼ਾ ਦੇ ਵਿੱਚ, ਲਿਖਤ ਦੇ ਵਿੱਚ ਨਹੀਂ ਰੱਖੀ ਸੀ ਜੀ। ਗੁਰੂ ਸਾਹਿਬ ਨੇ ਉਹਨਾਂ ਨੂੰ ਵਿਸਾਲ, ਉਸ ਤੋਂ ਅੱਗੇ ਜਾ ਕੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਉਸ ਤੋਂ ਜ਼ਿਆਦਾ ਕਿਤੇ ਵਿਸ਼ਾਲ, ਗੰਭੀਰ, ਪੇਚੀਦਾ ਕਰ ਦਿੱਤਾ ਗਾ। ਇਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਕਿ ਜੋ ਸ਼ੇਖ ਫਰੀਦ ਜੀ ਜੋ ਮੁਹਾਵਰੇ ਰਚੇ ਸੀ, ਗੁਰੂ ਸਾਹਿਬ ਨੂੰ ਉਸ ਨੂੰ ਬਹੁਤ ਜ਼ਿਆਦਾ ਵਿਸ਼ਾਲ, ਗੰਭੀਰ ਅਤੇ ਪੇਚੀਦਾ ਬਣਾ ਦਿੰਦੇ ਆ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਸੰਸਕ੍ਰਿਤ, ਪ੍ਰਕ੍ਰਿਤਿਕ, ਸਿੰਧੀ, ਅਰਬੀ, ਫਾਰਸੀ ਦੇ ਜੋ ਸ਼ਬਦਾਵਲੀ ਹੈ ਗੁਰੂ ਸਾਹਿਬ ਗ੍ਰਹਿਣ ਕਰਦੇ ਨੇ ਜੀ। ਉੱਪਰੀ ਜੋ ਸ਼ਬਦਾਵਲੀ ਹੈ ਉਹਨਾਂ ਨੂੰ ਤੱਤ ਸਮਰੂਪ ਦੇ ਵਿੱਚ ਗ੍ਰਹਿਣ ਕੀਤਾ ਗਾ, ਜਿੱਥੇ ਉਸ ਦੇ ਮੂਲ ਰੂਪ ਵਿੱਚ ਜੋੜ ਕੇ ਉਚਾਰ ਨੂੰ ਬਦਲਣ ਦੀ ਲੋੜ ਨਹੀਂ ਸੀਗੀ ਜੀ। ਇਹ ਆਪਾਂ ਨੂੰ ਕੁਛ ਚੀਜ਼ਾਂ ਨੂੰ ਗ੍ਰਹਿਣ ਕੀਤੀਆਂ ਨੇ, ਉਹ ਚੀਜ਼ ਖਾਸ ਤੌਰ 'ਤੇ ਜੀ। ਵਧੇਰੇ ਕਰਕੇ ਜੀ ਉਹਨਾਂ ਦਾ ਪ੍ਰਿਆਸ ਦੀ ਆਪਾਂ ਗੱਲ ਕਰੀਏ ਜੀ, ਤਤਭਵ ਰੂਪ ਦੇ ਵਿੱਚ ਵੇਖਣ ਨੂੰ ਮਿਲਦਾ ਗਾ ਸ਼ਬਦਾਂ ਦਾ, ਅਤੇ ਉਹਨਾਂ ਦੇ ਜੋ ਜੋੜਾਂ ਅਤੇ ਉਚਾਰ ਨੂੰ ਪੰਜਾਬੀ ਲੋਕ ਕੰਠ ਬੋਲੀ ਦੇ ਅਨੁਸਾਰ ਢਾਲਣਾ ਲਾਜ਼ਮੀ ਸੀਗਾ ਜੀ। ਇਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ, ਢਾਲਣ ਨੂੰ ਵੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਜੀ ਪੰਜਾਬੀ ਦੇ ਵਿੱਚ ਅਜਿਹੀ ਭਾਸ਼ਾ ਹੋ ਨਿਬੜਦੀ ਹੈ ਜੋ ਸਰੋਦੀ ਕਾਵਿ ਰਾਹੀਂ ਧਾਰਮਿਕ ਅਤੇ ਆਚਰਣ ਸਿੱਖਿਆ ਦਿੱਤੀ ਜਾ ਸਕਦੀ ਹੈ। ਦਾਰਸ਼ਨਿਕ ਅਤੇ ਅਧਿਆਤਮਿਕ ਦੀ ਆਪਾਂ ਗੱਲ ਕਰਦੇ ਹਾਂ, ਸੰਵਾਦ ਰਚਿਆ ਵੇਖਣ ਨੂੰ ਮਿਲਦਾ ਗਾ। ਸਮਾਜਿਕ ਵਰਤਾਰੇ ਨੇ ਜੀ, ਰਾਜਸੀ ਦੀ ਆਪਾਂ ਗੱਲਬਾਤ ਹੁੰਦੀ ਹੈ ਜੀ, ਰਾਜਸੀ ਜੋ ਚਰਚਾ ਹੁੰਦੀ ਹੈ ਉਹ ਆਲੋਚਨਾ ਕੀਤੀ ਹੋਈ ਵੇਖਣ ਨੂੰ ਮਿਲਦੀ ਹੈ। ਉੱਚ ਵਿਵੇਕਬੁੱਧ ਅਤੇ ਵਿਚਾਰਾਂ ਦੇ ਭਾਵਾਂ ਨੂੰ ਵਿਅਕਤ ਕੀਤਾ ਗਿਆ। ਇਸ ਸੰਬੰਧ ਵਿੱਚ ਜਿਹੜੀ ਸੰਤ ਸਿੰਘ ਸੇਖੋਂ ਦੀ ਧਾਰਨਾ ਹੈਗੀ ਹੈ ਜੀ, ਇਹ ਨੋਟ ਕਰ ਲੈਣਾ ਜੀ। ਸੰਤ ਸਿੰਘ ਸੇਖੋਂ ਦੇ ਦੁਆਰਾ ਕੀ ਉਹਨਾਂ ਦੇ ਬਾਰੇ ਕਿਹਾ ਗਿਆ ਜੀ, ਉਹਦੀ ਆਪਾਂ ਗੱਲਬਾਤ ਕਰਦੇ ਹਾਂ ਜੀ। ਬਹੁਤੀ ਅਜਿਹੀ ਸ਼ਬਦਾਵਲੀ ਹੈ ਜੋ ਸਾਡੀ ਆਧੁਨਿਕ ਸਾਹਿਤਕ, ਸਮਾਜਿਕ ਆਲੋਚਨਾ ਜਾਂ ਹੋਰ ਸਮਾਜਿਕ ਜੋ ਪ੍ਰਕਰਨਾਂ, ਰਾਜਸੀ, ਵਿਗਿਆਨ, ਦਾਰਸ਼ਨਿਕ ਆਦਿ ਵਿੱਚ ਵਰਤੀ ਗਈ ਹੈ। ਗੁਰੂ ਨਾਨਕ ਦੇਵ ਜੀ ਦੀ ਆਪਾਂ ਰਾਹੀਂ ਹੀ ਪੰਜਾਬੀ ਸ਼ਬਦ ਸ਼ੈਲੀ ਦੀ
ਕਹਿ ਲਓ ਜੀ ਭਾਗ ਬਣੀ ਹੈ। ਇਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਰਾਹੀਂ ਜੋ ਸ਼ਬਦ ਸ਼ੈਲੀ ਅਪਣਾਈ ਗਈ ਹੈ ਉਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਵੇਖਣ ਨੂੰ ਮਿਲਦੀਆਂ ਨੇ। ਕਿਹੜੀਆਂ ਜੀ? ਜੋ ਸਮਾਜਿਕ ਸਮਾਜਿਕ ਜੋ ਪੇਸ਼ਕਾਰੀ ਹੈਗੀ ਹੈ, ਰਾਜਸੀ, ਦਾਰਸ਼ਨਿਕ, ਉਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ। ਲਿਖਤ ਦੇ ਰੂਪ ਵਿੱਚ ਆਪਾਂ ਗੱਲ ਕਰੀਏ ਜੀ, ਵਿਸ਼ਾਲ ਹੈ, ਗੰਭੀਰ ਆਕਾਰ ਹੈ ਜੀ, ਗ੍ਰਹਿਣ ਕਰਦੀ ਹੈ। ਅਤੇ ਇਸ ਭਾਸ਼ਾ ਨੂੰ ਗੁਰੂ ਸਾਹਿਬ ਨੇ 3 ਪ੍ਰਮੁੱਖ ਸ਼ੈਲੀਆਂ ਦੇ ਵਿੱਚ ਢਾਲਣ ਦਾ ਯਤਨ ਕੀਤਾ ਜੀ। ਪਹਿਲਾ ਹੈਗਾ ਜੀ ਸਰੋਦੀ ਸ਼ੈਲੀ। ਆਪਾਂ 3 ਸ਼ੈਲੀਆਂ ਦੀ ਗੱਲ ਕਰਾਂਗੇ ਜੀ, ਕਿਹੜੀਆਂ ਕਿਹੜੀਆਂ ਵਿੱਚ ਉਹਨਾਂ ਦੀ ਬਾਣੀ ਢਲੀ ਹੋਈ ਹੈ। ਜੋ ਸਰੋਦੀ ਸ਼ੈਲੀ ਹੈ ਜੀ, ਜਿਸ ਦੀ ਸਟਾਰਟਿੰਗ ਕਿਹਨੇ ਕੀਤੀ ਸੀਗੀ ਜੀ? ਬਾਬਾ ਫਰੀਦ ਨੇ। ਤਾਂ ਉਹ ਜਿਹੜੀ ਸ਼ੈਲੀ ਆ ਉਸ ਦੇ ਵਿੱਚ ਅੱਗੇ ਕੀ ਵਿਸ਼ਾਲ ਕਰਦੇ ਨੇ ਉਸ ਨੂੰ, ਜਿਸ ਦੇ ਵਿੱਚ ਆਪਾਂ ਨੂੰ ਕੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਜੀ? ਪ੍ਰਕਿਰਤੀ ਤੋਂ ਲੈ ਕੇ ਜੀ ਆਪਾਂ ਗੱਲਬਾਤ ਕਰਦੇ ਹਾਂ ਜੀ ਸ਼ਬਦਾਵਲੀ ਦੇ ਜੋ ਤੱਤ ਭਾਵਨੀ ਜੀ ਸ਼ਬਦ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਤਰ੍ਹਾਂ ਤਬਦੀਲੀ ਕਰਕੇ ਜੀ ਬੜਾ ਹੀ ਵੱਖਰੇ ਢੰਗ ਨਾਲ ਮਨਮੋਹਕ ਅੰਦਾਜ਼ ਦੇ ਵਿੱਚ ਸਿਰਜੀ ਹੈ। ਅਕਾਲ ਪੁਰਖ ਦੇ ਲਈ ਉਹਨਾਂ ਨੇ ਪ੍ਰੇਮ ਭਾਵ, ਭਗਤੀ ਭਾਵ ਪੇਸ਼ ਕੀਤੇ ਆ ਜੀ। ਇਹ ਸ਼ੈਲੀ ਬੜੇ ਹੀ ਕਾਰਗਰ ਸਿੱਧ ਹੁੰਦੀ ਹੈ ਅਤੇ ਸ਼ੇਖ ਫਰੀਦ ਜੀ ਦੀ ਕਿਰਪਾ ਦੇ ਨਾਲ ਲਿਖਤੀ ਰੂਪ ਧਾਰ ਗਈ ਹੈ। ਮੁਲਤਾਨੀ ਬੋਲੀ ਹੈ ਅਤੇ ਵਿੱਚ ਆ ਕੇ ਆਪਾਂ ਦੇਖਦੇ ਹਾਂ ਜਦੋਂ ਜਦ ਤੱਕ ਇਸ ਵਿੱਚ ਆ ਰਲਦੀ ਹੈ, ਇਸ ਦਾ ਪ੍ਰਭਾਵ ਕੀ ਹੁੰਦਾ? ਭਾਰਤੀ ਅਤੇ ਪੂਰਬੀ ਨਹੀਂ ਰਹਿੰਦਾ, ਇਹ ਪੰਜਾਬੀ ਬਣ ਜਾਂਦਾ। ਖਾਸ ਗੱਲਾਂ ਨੇ ਜੀ, ਕਿਹੜੀਆਂ ਗੱਲਾਂ ਕਰਕੇ ਇਹਦਾ ਭਾਵ ਕੀ ਬਣ ਜਾਂਦਾ ਪੰਜਾਬੀ, ਉਹ ਨੋਟ ਕਰ ਲਿਓ ਜੀ। ਜਿਸ ਵਿੱਚ ਕੀ ਕਰਦੇ ਆ ਜੀ, ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਗੱਲਬਾਤ ਕੀਤੀ ਹੋਈ ਹੈ। ਅਕਾਲ ਪੁਰਖ ਨੂੰ ਪਤੀ ਅਤੇ ਆਤਮਾ ਨੂੰ ਪਤਨੀ ਜੋ ਪਤਨੀ ਦੇ ਨਾਲੋਂ ਵਿਛੋੜੇ ਜਾਣ, ਤਾਂਘ, ਦਰਦ ਅਤੇ ਆਨੰਦ ਦੇ ਭਾਵਾਂ ਨੂੰ ਪੇਸ਼ ਕੀਤਾ ਗਾ ਜੀ। ਖਾਸ ਨੋਟ ਕਰ ਲਿਓ ਜੀ ਕਿਹੜੇ ਭਾਵ ਨੇ। ਗੁਰੂ ਸਾਹਿਬ ਨੇ ਜੋ ਅਕਾਲ ਪੁਰਖ ਨੂੰ ਕਾਹਦੇ ਵਿੱਚ ਪੇਸ਼ ਕੀਤਾ ਜੀ? ਪਤੀ ਦੇ ਵਿੱਚ। ਆਤਮਾ ਨੂੰ ਪਤਨੀ ਦੇ ਰੂਪ ਵਿੱਚ ਪੇਸ਼ ਕੀਤਾ ਤਾਂ ਉਹਨਾਂ ਤੋਂ ਵਿਛੋੜੇ ਜਾਣ, ਤਾਂਘ, ਦਰਦ, ਆਨੰਦ ਦੇ ਭਾਵਾਂ ਨੂੰ ਪੇਸ਼ ਕੀਤਾ। ਦੂਜੀ ਸ਼ੈਲੀ ਦੀ ਆਪਾਂ ਗੱਲ ਕਰ ਦਈਏ ਜੀ, ਇਹ ਪਹਿਲੀ ਸ਼ੈਲੀ ਸੀ। ਦੂਜੀ ਸ਼ੈਲੀ ਦੇ ਵਿੱਚ ਸਾਧਾਂ ਦੀ ਭਾਖਾ ਆਪਾਂ ਗੱਲ ਕਰਦੇ ਹਾਂ ਜੀ। ਭਾਸ਼ਾ ਹੈਗੀ ਹੈ ਜੀ ਜੋ ਹੈਗੀ ਆ ਉਹਨਾਂ ਦੀ ਗੱਲਬਾਤ ਕਰਦੇ ਨੇ, ਜਿਵੇਂ ਸਿੱਧ ਗੋਸ਼ਟ, ਠੀਕ ਹੈ ਜੀ। ਐਗਜ਼ਾਮਪਲ ਕਰ ਲਿਓ ਜੀ, ਦੱਖਣੀ ਓਂਕਾਰੇ, ਰਾਗ ਗੌੜੀ, ਰਾਮਕਲੀ, ਮਾਰੂ ਰਾਗ ਦੀ ਗੱਲਬਾਤ ਕਰਦੇ ਨੇ ਜੀ। ਇਸ ਤਰ੍ਹਾਂ ਦੇ ਵਿੱਚ ਵੇਖੀ ਹੋਈ ਹੈ। ਸਾਧਾਂ ਦੀ ਭਾਸ਼ਾ ਦੀ ਆਪਾਂ ਗੱਲ ਕਰਦੇ ਹਾਂ, ਭਾਖਾ ਵਾਲੀ, ਇਹ ਦੂਜੀ ਸ਼ੈਲੀ ਦੀ ਗੱਲਬਾਤ ਹੋ ਰਹੀ ਹੈ। ਇਹਦੇ ਵਿੱਚ ਸਿੱਧ ਗੋਸ਼ਟ ਦੀ ਗੱਲ ਹੋ ਰਹੀ ਹੈ, ਦੱਖਣੀ ਓਂਕਾਰੇ ਦੀ ਗੱਲ ਹੋ ਰਹੀ ਹੈ ਜੀ, ਰਾਗ ਗੌੜੀ ਦੀ ਹੋ ਰਹੀ ਹੈ, ਰਾਮਕਲੀ ਦੀ, ਅਤੇ ਮਾਰੂ ਰਾਗ ਦੀ ਹੋ ਰਹੀ ਹੈ। ਉਹਨਾਂ ਨੇ ਧਾਰਮਿਕ ਅਧਿਆਤਮਿਕ ਵਿਚਾਰਾਂ ਨੂੰ ਪੇਸ਼ ਕਰਨ ਲਈ ਵਰਤਿਆ ਗਿਆ, ਕਿਉਂਕਿ ਇਸ ਦੇ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਲ ਜੋ ਪ੍ਰੇਮ ਭਾਵ ਹੈ, ਭਗਤੀ ਭਾਵ ਹੈ, ਗਿਆਨ ਦੇ ਭਾਵ ਹੈ ਨੂੰ ਕਹਿ ਲਓ ਜੀ ਪੇਸ਼ ਕੀਤਾ ਗਾ। ਅਤੇ ਇਹ ਸ਼ੈਲੀ ਦੇ ਵਿੱਚ ਕਹਿ ਲਓ ਜੀ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਨਰੋਲ ਪੂਰਬੀ ਅਤੇ ਕਹਿ ਲਓ ਜੀ ਭਾਰਤੀ ਨਹੀਂ ਰਹਿੰਦੀ। ਇਹ ਭਾਸ਼ਾ ਜਿਹੜੀ ਹੈਗੀ ਆ ਭਾਰਤੀ ਟੱਚ ਨਹੀਂ ਉਹਦੇ ਵਿੱਚ ਵੇਖਣ ਨੂੰ ਮਿਲਦਾ। ਕਿਹੜਾ ਟੱਚ ਵੇਖਣ ਨੂੰ ਮਿਲਦਾ ਉਹਦੀ ਆਪਾਂ ਗੱਲ ਕਰਦੇ ਹਾਂ ਜੀ। ਅਕਾਲ ਪੁਰਖ ਤਾਂ ਗੁਰੂ ਸਾਹਿਬ ਲਈ ਮਾਨਵੀ ਹਿੱਤ ਦਾ ਸਦੀਵੀ ਪ੍ਰਤੀਕ ਬਣ ਜਾਂਦਾ ਹੈ ਅਤੇ ਜਿਸ ਨੂੰ ਸਮੂਰਤ ਆਪਾਂ ਕਰਨ ਹਿੱਤ ਸ਼ੈਲੀ ਦੇ ਵਿੱਚ ਡੂੰਘੀਆਂ ਕਦਰਾਂ ਕੀਮਤਾਂ ਦਾ ਮਾਧਿਅਮ ਹੋ ਨਿਬੜਦੀ ਆ। ਉਹਦੇ ਵਿੱਚ ਖਾਸ ਤੌਰ 'ਤੇ ਦੇਖਣ ਨੂੰ ਮਿਲਦਾ ਜੀ ਜੋ ਗੁਰੂ ਸਾਹਿਬ ਨੇ ਜੋ ਪੇਸ਼ ਕੀਤਾ ਜੀ, ਪ੍ਰਤੀਕ ਵਰਤੇ ਨੇ, ਉਹਨਾਂ ਨੂੰ ਸ਼ੈਲੀ ਜੋ ਹੈ ਉਹ ਡੂੰਘੀਆਂ ਕਦਰਾਂ ਕੀਮਤਾਂ ਦਾ ਪੇਸ਼ਕਾਰੀ ਕਰਦੀ ਹੋਈ ਵੇਖਣ ਨੂੰ ਮਿਲਦੀ ਹੈ ਜੀ ਆਪਾਂ ਨੂੰ। ਤੀਜੀ ਸ਼ੈਲੀ ਦੀ ਆਪਾਂ ਗੱਲ ਕਰੀਏ ਜੀ, ਕਿਹੜੀ ਹੈਗੀ ਆ? ਪੰਜਾਬੀ ਰੂਪ ਹੈ ਜੀ, ਜਿਸ ਦੇ ਵਿੱਚ ਆਸਾ ਦੀ ਵਾਰ, ਜਪਜੀ ਸਾਹਿਬ ਦੀ ਆਪਾਂ ਗੱਲ ਕਰੀਏ ਜੀ, ਉਸ ਦੀ ਜੋ ਬਾਣੀ ਹੈਗੀ ਹੈ ਜੀ, ਉਸ ਦੀਆਂ ਜੋ ਉਦਾਹਰਨਾਂ ਨੇ ਜੀ ਬਹੁਤ ਥਾਵਾਂ ਦੇ ਉੱਪਰ ਪ੍ਰਾਪਤ ਹੁੰਦੀਆਂ ਨੇ ਜੀ। ਆਪਾਂ ਨੂੰ ਕਿਹੜੇ ਰਾਗ ਦੇ ਵਿੱਚ ਹੈਗੀਆਂ ਨੇ ਜੀ ਉਹ ਨੋਟ ਕਰ ਲੈਂਦੇ। ਸ੍ਰੀ ਰਾਗ ਦੀ ਆਪਾਂ ਗੱਲ ਕਰੀਏ ਜੀ, ਉਸ ਦੇ ਕਥਨ ਦੇ ਅਨੁਸਾਰ ਆਪਾਂ ਗੱਲਬਾਤ ਕਰਦੇ ਹਾਂ ਜੋ ਸ਼ੁੱਧ ਪੰਜਾਬੀ ਦਾ ਜਾਪਦਾ ਹੈਗਾ ਜੀ। ਖਾਸ ਤੌਰ 'ਤੇ ਨੋਟ ਕਰ ਲਿਓ ਜੀ ਕਿਹੜਾ ਰਾਗ ਹੈ ਉਸ ਦੇ ਅਨੁਸਾਰ। ਅਤੇ ਆਸਾ ਦੀ ਵਾਰ ਦੀਆਂ ਜੋ ਲੈਣਾ ਨੇ ਜੀ ਉਹ ਨੋਟ ਕਰ ਲਿਓ ਜੀ ਕਿਹੜੀਆਂ ਨੇ, ਇਹ ਵਾਲੀਆਂ ਨੇ ਜੀ, ਇਹਨਾਂ ਨੂੰ ਨੋਟ ਕਰ ਲਿਓ। ਜਪਜੀ ਸਾਹਿਬ ਦੀਆਂ ਲੈਣਾ ਨੇ ਜੀ ਜੋ ਉਹ ਖਾਸ ਤੌਰ 'ਤੇ ਨੋਟ ਕਰ ਲਿਓ ਜੀ। ਸੋਚਿਆ ਸੋਚਣਾ ਹੋਵੀਏ ਜੇ ਸੋਚੇ ਲੱਖ ਵਾਰ, ਇਹ ਨੋਟ ਕਰ ਲਿਓ ਜੀ ਖਾਸ ਤੌਰ 'ਤੇ। ਇਹ ਸ਼ੈਲੀ ਤੋਂ ਬਾਅਦ ਜਿਹੜੀ ਇਹ ਸ਼ੈਲੀ ਹੈ ਜੀ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਨੇ ਅਪਣਾਈ ਆ। ਗੁਰੂ ਰਾਮਦਾਸ ਜੀ ਅਤੇ ਭਾਈ ਗੁਰਦਾਸ ਜੀ ਦੁਆਰਾ
ਇਸ ਕਹਿ ਲਓ ਜੀ ਸ਼ੈਲੀ ਦੇ ਵਿੱਚ ਬਾਣੀ ਲਿਖੀ ਹੋਈ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਗੱਲਬਾਤ ਹੋ ਰਹੀ ਹੈ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਰਚਨਾਵਾਂ ਕੁਝ ਅਜਿਹੀਆਂ ਵੀ ਨੇ ਜਿਨ੍ਹਾਂ ਦੇ ਵਿੱਚ ਕੀ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦਾ ਨਾਮ ਜੋੜਿਆ ਜਾਂਦਾ ਗਾ, ਜਿਨ੍ਹਾਂ ਦੀ ਐਗਜ਼ਾਮਪਲ ਖਾਸ ਤੌਰ 'ਤੇ ਤੁਸੀਂ ਨੋਟ ਕਰ ਲਓ ਜੀ ਕਿਹੜੀਆਂ ਕਿਹੜੀਆਂ ਨੇ ਜੀ। ਇਹਨਾਂ ਦੇ ਨਾਮ ਅੰਡਰਲਾਈਨ ਕੀਤੇ ਆ ਜੀ, ਮੈਂ ਉਹਨਾਂ ਨੂੰ ਨੋਟ ਕਰ ਲੈਣਾ ਜੀ। ਇਹਨਾਂ ਦੀ ਰਚਨਾਵਾਂ ਦਾ ਕੋਈ ਪ੍ਰਮਾਣਿਕ ਨਹੀਂ ਆਖਿਆ ਜਾ ਸਕਦਾ, ਪਰ ਇਹਨਾਂ ਦੇ ਬਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਜਾਣਕਾਰੀ ਆਪਾਂ ਨੂੰ ਮਿਲਦੀ ਹੈ, ਤਾਂ ਇਹਨਾਂ ਦਾ ਜ਼ਿਕਰ ਕਿਤੇ ਨਾ ਕਿਤੇ ਮਿਲਦਾ, ਖਾਸ ਤੌਰ 'ਤੇ ਆਪਾਂ ਨੋਟ ਕਰ ਲੈਣਾ ਹੈ ਜੀ। ਡਾਕਟਰ ਰਤਨ ਸਿੰਘ ਜੱਗੀ ਨੇ ਆਪਣੀ ਜੋ ਪੁਸਤਕ ਹੈ ਜੀ ਨਾਨਕ ਬਾਣੀ ਦੀ ਭੂਮਿਕਾ ਦੇ ਵਿੱਚ ਇਹਨਾਂ ਰਚਨਾਵਾਂ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਜੀ। ਨਵਾਂ ਸਾਹਿਤ ਸਿਰਲੇਖ ਦਿੱਤਾ ਗਾ। ਇਹਨਾਂ ਦੀ ਜੋ ਗੱਲਬਾਤ ਹੋ ਰਹੀ ਹੈ ਜੀ ਉਹਨਾਂ ਦੇ ਇਹ ਹੈ ਜਾਂ ਨਹੀਂ, ਉਹਨਾਂ ਦੇ ਬਾਰੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਰਚਾ ਚੱਲਦੀ ਰਹੇਗੀ ਜੀ, ਹੈ ਜਾਂ ਨਹੀਂ ਆ ਉਹਦੇ ਬਾਰੇ। ਠੀਕ ਹੈ ਜੀ, ਜੋ ਪ੍ਰਮਾਣ ਹੋਣਗੇ ਉਹ ਇਹਨਾਂ ਚੀਜ਼ਾਂ ਨੂੰ ਸਿੱਧ ਕਰਨਗੇ ਕਿ ਇਹ ਇਹਨਾਂ ਦੀ ਬਾਣੀ ਹੈ ਜਾਂ ਨਹੀਂ, ਕਿੰਨਾ ਦੀ ਹੈ, ਉਹਦੇ ਬਾਰੇ ਵਿਚਾਰ ਚਰਚਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਲਦੀ ਰਹਿੰਦੀ ਹੈ ਇਸੇ ਤਰੀਕੇ ਨਾਲ ਜੀ। ਧੰਨਵਾਦ ਜੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੀ, ਵੀਡੀਓ ਨੂੰ ਲਾਈਕ ਕਰਨਾ ਜੀ, ਦੋਸਤਾਂ ਦੇ ਨਾਲ ਸ਼ੇਅਰ ਕਰ ਦੇਣਾ ਜੀ ਜ਼ਰੂਰ ਜੀ। ਇਸ ਤੋਂ ਇਲਾਵਾ ਜੀ ਜੋ ਸਾਡੀਆਂ ਕਲਾਸਾਂ ਚੱਲ ਰਹੀਆਂ ਮਾਸਟਰ ਕੇਡਰ ਪੰਜਾਬੀ, ਮਾਸਟਰ ਕੇਡਰ ਹਿਸਟਰੀ, ਸੀਟੈਟ ਦੀਆਂ ਜਨਵਰੀ 'ਚ ਚੱਲਣਗੀਆਂ ਜੀ, ਨੈੱਟ ਦੀਆਂ ਜਨਵਰੀ 'ਚ ਕਲਾਸਾਂ ਚੱਲਣਗੀਆਂ ਨੇ। ਇਹਨਾਂ ਨਾਲ ਜੁੜਨ ਲਈ ਤੁਹਾਡੀ ਸਕਰੀਨ 'ਤੇ ਨੰਬਰ ਸ਼ੋਅ ਹੋ ਰਿਹਾ ਜੀ, ਉਸ 'ਤੇ ਮੈਸੇਜ ਕਰਕੇ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ, ਤਾਂ ਆਪਦੀ ਸਟੱਡੀ ਕਰ ਸਕਦੇ ਹੋ। ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ, ਜਿਸ ਦੇ ਨਾਲ ਤੁਹਾਡੇ ਤੱਕ ਜੋ ਜਾਣਕਾਰੀ ਪਹੁੰਚਦੀ ਹੈ ਉਹ ਸਹੀ ਤਰੀਕੇ ਨਾਲ ਸਹੀ ਸਮੇਂ 'ਤੇ ਪਹੁੰਚਦੀ ਰਹੇ। ਤਾਂ ਇਸੇ ਲਈ ਜ਼ਰੂਰੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।